ਸਤਿ ਸ਼੍ਰੀ ਅਕਾਲ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ तमाम ਦਰਸ਼ਕਾਂ ਦਾ ਪ੍ਰੋਗਰਾਮ ਉਲਟ ਪੁਲਟ ਦੇ ਵਿੱਚ ਸਵਾਗਤ ਹੈ। ਮੈਂ ਤੁਹਾਡੇ ਨਾਲ ਅਨੂ ਕੋੜਾ ਜੁੜ ਚੁੱਕੀ ਹਾਂ ਤੇ ਮੇਰੇ ਨਾਲ ਦੀ ਕੁਰਸੀ ਤੇ ਸੰਗਰਾ ਹੋਰ ਸਾਹਿਬ ਮੌਜੂਦ ਨੇ। ਉਹਨਾਂ ਦੇ ਨਾਲ ਉਲਟ ਪੁਲਟ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਉਹਨਾਂ ਮੁੱਦਿਆਂ ਦੇ ਉੱਤੇ ਕੀ ਉਲਟ ਪੁਲਟ ਨਿਗਾਹ ਕਿਸ ਤਰੀਕੇ ਦੇ ਨਾਲ ਮਾਰਨਗੇ। ਪਹਿਲਾਂ ਆਪਣੀ ਨਿਗਾਹ ਸਾਫ਼ ਕਰ ਰਹੇ ਸੀ, ਕੀ ਹੋਇਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਹੋ? ਨਿਗਾਹ ਸਾਫ਼ ਕਰਨ ਲੱਗ ਪਏ? ਨਹੀਂ ਕੁਛ ਨਹੀਂ, ਉਹ ਖਾਰਸ਼ ਹੋ ਰਹੀ ਸੀ, ਅੱਜ ਨਹਾਤਾ ਨਹੀਂ ਸੀ। ਮੈਂ ਸੰਗਰਾ ਹੋਰ ਸਾਹਿਬ ਇੰਨੇ ਭੋਲੇ ਨਹੀਂ ਕੋੜਾ ਸਾਹਿਬ ਇਦੋਂ ਪਹਿਲਾਂ ਕਿ ਤੁਸੀਂ ਮਤਲਬ ਇਦਾਂ ਦੀ ਗੱਲ ਕਰੋ, ਮੈਂ ਆਪਣੇ ਆਪ ਨੂੰ ਆਪ ਹੀ ਕਹਿਤਾ ਸੀਗਾ। ਮੈਂ ਇਹਦੇ ਕਹਿਣਗੇ ਪਹਿਲਾਂ ਨਹਾ ਕੇ ਆ ਜਾ ਕਰੋ। ਨਹੀਂ, ਮੈਂ ਪਹਿਲਾਂ ਹੀ ਕਹਿੰਦਾ ਮੈਂ ਨਹਾ ਕੇ ਨਹੀਂ ਆਇਆ। ਹਰ ਗੱਲ ਨਹੀਂ ਦੱਸੀ ਦੀ ਅਸੀਂ ਬ੍ਰੇਕ ਦੇ ਵਿੱਚ ਚਾਹ ਪੀਨੇ ਆ, ਪਕੌੜੇ ਖਾਣੇ, ਮੇਰੀ ਮਰਜ਼ੀ ਆ, ਮੇਰੀ ਮਰਜ਼ੀ ਆ ਇਹਦੇ 'ਚ। ਮੈਨੂੰ ਕਿਸੇ ਤੋਂ ਕੋਈ ਇਜਾਜ਼ਤ ਲੈਣ ਦੀ ਲੋੜ ਨਹੀਂ ਕਿ ਅੱਜ ਮੈਂ ਨਹਾਵਾਂ ਜਾਂ ਨਾ ਨਹਾਵਾਂ, ਮੈਂ ਕੀ ਪਾਵਾਂ ਜਾਂ ਨਾ ਪਾਵਾਂ। ਨਹੀਂ, ਉਹ ਬਦਬੂ ਜਿਹੜੀ ਮੇਰੇ ਤੱਕ ਹੀ ਆਉਣੀ ਹੈ ਨਾ, ਕੈਮਰੇ 'ਚੋਂ ਨਿਕਲ ਕੇ ਲੋਕਾਂ ਦੇ ਘਰ ਤੱਕ ਨਹੀਂ ਜਾਣੀ ਹੈਗੀ। ਨਹੀਂ ਕੋਈ ਨਾ, ਉਹ ਉੱਪਰੋਂ ਅਸੀਂ ਫਿਸ ਲਾ ਕੇ ਆਈਦਾ, ਐਡਾ ਨਹੀਂ ਪਤਾ ਲੱਗਣ ਦਿੰਦੇ। ਇਹ ਦੱਸਿਆ ਪਤਾ ਲੱਗਦਾ ਕਿ ਅਸੀਂ ਨਹਾਤੇ ਨਹੀਂ ਹੈਗੇ। ਠੀਕ ਹੈ, ਮੰਨ ਲਈਏ ਵੀ ਤੁਸੀਂ ਮਤਲਬ ਬਚਪਨ ਤੋਂ ਸੋਹਣੇ ਹੋ, ਤੁਹਾਡੀ ਮੰਮੀ ਕਹਿੰਦੀ ਸੀ। ਮੈਂ ਇਸ ਕਰਕੇ ਕਿਹਾ ਸੀਗਾ ਵੀ ਇਦੋਂ ਪਹਿਲਾਂ ਤੁਸੀਂ ਮੇਰੇ ਤੇ ਕੋਈ ਇਲਜ਼ਾਮ ਲਾਓ ਕਿ ਭਾਈ ਨਹਾ ਧੋ ਕੇ ਆਇਆ ਕਰੋ। ਠੀਕ ਹੈ, ਤੇ ਮੈਂ ਆਪਣੇ ਆਪ ਨੂੰ ਆਪ ਹੀ ਕਹਿ ਲੈਣਾ। ਠੀਕ ਹੈ, ਦੂਜਾ ਕੋਈ ਬੇਇੱਜ਼ਤੀ ਕਰੇ ਚੰਗਾ ਨਹੀਂ ਲੱਗਦਾ, ਆਪਣੀ ਬੇਇੱਜ਼ਤੀ ਆਪ ਹੀ ਕਰ ਲੋ, ਬਹੁਤਾ ਫਰਕ ਨਹੀਂ ਪੈਂਦਾ। ਚਲੋ ਕਹਿੰਦੇ ਵੀ ਨਹਾ ਲੈਣਾ ਚਾਹੀਦਾ ਹੈ ਕਿਉਂਕਿ ਵੈਸੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ। ਤੇ ਚਲੋ ਹੁਣ ਸ਼ੁਰੂ ਕਰ ਦਿਆਂਗੇ, ਪਰ ਇਦੋਂ ਪਹਿਲਾਂ ਪਤਾ ਨਹੀਂ ਸੀ। ਨਹੀਂ, ਮੈਂ ਮੌਸਮ ਦੀ ਗੱਲ ਕਰਨ ਲੱਗੀ ਸੀ ਨਾ। ਮੌਸਮ ਕਿਦਾਂ ਦਾ ਚੱਲ ਰਿਹਾ? ਮੌਸਮ ਬਈ ਬਹੁਤ ਜ਼ਿਆਦਾ ਤੱਤਾ ਮੌਸਮ ਹੋਇਆ ਪਿਆ, ਬੜੀ ਗਰਮੀ ਆ ਬਈ, ਬਾਹਰ ਬਹੁਤ ਜ਼ਿਆਦਾ ਤਪਸ਼ ਵਧੀ ਪਈ ਆ। ਔਰ ਥੋੜੇ ਦਿਨਾਂ ਤੱਕ ਮਤਲਬ ਜਿਹਨੂੰ ਤੁਸੀਂ ਕਹਿੰਦੇ ਹੁੰਦੇ ਸੀ ਵੀ ਲੂ ਨਹੀਂ ਵਗਦੀ, ਆ ਹੁਣ ਲੂ ਵੀ ਸ਼ੁਰੂ ਹੋ ਜਾਣੀ। ਮੈਂ ਕਦੋਂ ਕਿਹਾ ਲੂ ਨਹੀਂ ਵਗਦੀ? ਬਈ ਇੱਕ ਐਪੀਸੋਡ ਦੇ ਵਿੱਚ ਕਿਹਾ ਸੀ ਕਿ ਪਹਿਲਾਂ ਜਿਵੇਂ ਆਪਾਂ ਕਹਿੰਦੇ ਹੁੰਦੇ ਸੀ ਨਾ ਵੀ ਜਿਵੇਂ ਲੂ ਨਹੀਂ ਵਗਦੀ, ਹੁਣ ਠੀਕ ਜਿਹਾ ਮੌਸਮ ਆ, ਹੁਣ ਉਹ ਨਹੀਂ ਰਹਿਣਾ। ਠੀਕ ਹੈ, ਹੁਣ ਇਸ ਤੋਂ ਬਾਅਦ ਜਾਣੀ, ਪਰ ਲੋਕਾਂ ਨੂੰ ਹੁਣ ਧਿਆਨ ਰੱਖਣ ਦੀ ਇਸ ਕਰਕੇ ਜ਼ਰੂਰਤ ਹੈ ਕਿ ਪਾਣੀ ਵੱਧ ਤੋਂ ਵੱਧ ਪੀਤਾ ਜਾਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਭਾਈ ਪਾਣੀ ਦੀ ਖਪਤ ਬਹੁਤ ਰਹਿੰਦੀ ਆ, ਪਾਣੀ ਦੀ ਜ਼ਰੂਰਤ ਬਹੁਤ ਰਹਿੰਦੀ ਆ। ਔਰ ਲੋਕਾਂ ਨੂੰ 2-3 ਬਿਮਾਰੀਆਂ ਜਿਹੜੀਆਂ ਆਮ ਹੀ ਹੋ ਜਾਂਦੀਆਂ ਹੁੰਦੀਆਂ, ਉਹ ਚਲੋ ਮੈਂ ਨਹੀਂ ਦੱਸਦਾ, ਬੜੀਆਂ ਛੋਟੀਆਂ ਜਿਹੀਆਂ ਬਿਮਾਰੀਆਂ, ਇਹ ਨਾ ਹੋਵੇ ਉਹ ਲੱਗਣ ਤੇ ਨੁਕਸਾਨ ਹੋਵੇ ਕੋਈ। ਤੇ ਤੁਸੀਂ ਪਾਣੀ ਪੂਣੀ ਵੱਧ ਪੀਂਦੇ ਰਹੋ, ਆਪਣਾ ਖਿਆਲ ਰੱਖੋ ਬਸ। ਬਿਲਕੁਲ, ਤੇ ਵੈਸੇ ਵੀ ਕੋਈ ਇਹੋ ਜਿਹੀ ਵੀ ਨਾ ਲੱਗ ਜਾਵੇ ਨਾ ਜਿਹਦੇ ਨਾਲ ਲੋਕੀ ਕਹਿਣ ਵੀ ਕਰੋਨਾ ਆ ਗਿਆ, ਇਹ ਵੀ ਨਹੀਂ ਹੋਣਾ ਚਾਹੀਦਾ। ਹਾਂ ਬਿਲਕੁਲ। ਤੇ ਦੂਜੇ ਪਾਸੇ ਹੁਣ ਜੇ ਕਰੋਨਾ ਦੀ ਮਾੜੀ ਜਿਹੀ ਗੱਲ ਛੇੜੀ ਹੈ ਤਾਂ ਲੋਕੀ ਕਹਿੰਦੇ ਹੁਣ ਲੋਕਾਂ ਨੇ ਨਾ ਨਵਾਂ ਟ੍ਰੈਂਡ ਸ਼ੁਰੂ ਕਰ ਲਿਆ ਹੁਣ, ਕਿਉਂਕਿ ਕਰੋਨਾ ਦੇ ਨਾਮ ਦੇ ਉੱਤੇ ਬਹੁਤ ਸਾਰੀਆਂ ਇਦਾਂ ਦੀ ਮੀਮਸ ਵੀ ਸ਼ੇਅਰ ਹੋ ਰਹੀਆਂ ਸੀ, ਲੋਕੀ ਮਜ਼ਾਕ ਵੀ ਬਹੁਤ ਉਡਾਈ ਜਾਂਦੇ ਸੀਗੇ। ਚਲੋ ਸੀਰੀਅਸ ਗੱਲ ਤਾਂ ਹੈ, ਉਹ ਅਲੱਗ ਵੱਖਰੀ ਗੱਲ ਹੈ। ਹੁਣ ਮੈਟਰੀਮੋਨੀਅਲ ਸਾਈਟਸ ਨੇ ਜਿਹੜੀਆਂ ਵਿਆਹ ਵਾਸਤੇ ਜਦੋਂ ਪ੍ਰਸਤਾਵ ਰੱਖਦੇ ਨੇ ਵੀ ਸਾਨੂੰ ਇਦਾਂ ਦਾ ਮੁੰਡਾ ਚਾਹੀਦਾ ਤੇ ਜਾਂ ਇਦਾਂ ਦੀ ਕੁੜੀ ਚਾਹੀਦੀ ਹੈ, ਤਾਂ ਉਹਦੇ ਵਿੱਚ ਬਹੁਤ ਸਾਰੀਆਂ ਡਿਮਾਂਡਾਂ ਲਿਖੀਆਂ ਹੁੰਦੀਆਂ ਨੇ ਤੇ ਉਹਦੇ ਵਿੱਚ ਫਿਰ ਆਪਣੇ ਬਾਰੇ ਵੀ ਲਿਖਣਾ ਹੁੰਦਾ ਵੀ ਅਸੀਂ ਕੀ ਕੁਝ ਕਰਦੇ ਹਾਂ, ਕਿਵੇਂ ਕੀ ਕੁਝ ਨਹੀਂ ਹੈਗਾ। ਉਹਦੇ ਵਿੱਚ ਹੁਣ ਅਲੱਗ ਤੋਂ ਲੋਕਾਂ ਨੇ ਲਿਖਣਾ ਸ਼ੁਰੂ ਕੀਤਾ ਵੀ ਮੈਂ ਵੈਕਸੀਨ ਲਗਵਾਈ ਹੋਈ ਹੈ ਤੇ ਕਿਹੜੀ ਵਾਲੀ ਲਗਵਾਈ ਹੋਈ ਹੈ, ਇਹ ਵੀ ਲਿਖਣਾ ਹੁਣ ਸ਼ੁਰੂ ਕਰਤਾ ਲੋਕਾਂ ਨੇ, ਵੀ ਕਿਤੇ ਲੋਕਾਂ ਦੇ ਮਨ 'ਚ ਵਹਿਮ ਨਾ ਰਹਿ ਜਾਵੇ ਵੀ ਇਹਨੇ ਕਿਤੇ ਉਹ ਵਾਲੀ ਤਾਂ ਨਹੀਂ ਲਵਾ ਲਈ ਜਿਹੜੀ ਚੱਲਦੀ ਹੋਣੀ ਹੈਗੀ, ਲੋਕੀ ਮੰਨਦੇ ਹੀ ਨਹੀਂ ਹੈਗੇ। ਇਹ ਵੀ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ। ਤੇ ਫਿਰ ਮਤਲਬ ਚਲੋ ਠੀਕ ਆ, ਅਗਲੇ ਦੀ ਇੱਛਾ ਸ਼ਕਤੀ ਆ ਭਾਈ, ਹਨਾ, ਅਗਲੇ ਨੇ ਲਿਖਾਤਾ, ਪਰ ਬਹੁਤੇ ਲੋਕ ਤਾਂ ਉਹ ਵੀ ਨੇ ਜਿਹੜੇ ਵਿਸ਼ਵਾਸ ਹੀ ਨਹੀਂ ਕਰਦੇ। ਅਗਲੇ ਕਹਿੰਦੇ ਆ ਕੀ ਹੈ ਇਹ ਵੈਕਸੀਨ, ਅਸੀਂ ਨਹੀਂ ਲਵਾਉਣੀ। ਜਿਹੜਾ ਕੋਈ ਵਿਸ਼ਵਾਸ ਹੀ ਨਹੀਂ ਰੱਖਦਾ, ਭਲਾ ਰਿਸ਼ਤਾ ਕਰਨਾ ਵੀ ਹੋਵੇ ਫਿਰ ਵੀ ਅਗਲਾ ਕਹਿ ਦੂ ਇਹਨੇ ਵੈਕਸੀਨ ਲਵਾਈ ਆ, ਬੰਦਾ ਵਹਿਮੀ ਆ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤੁਸੀਂ ਬੰਦੇ ਚੰਗੇ ਨਹੀਂ ਹੈਗੇ, ਤੁਸੀਂ ਲੋਕਾਂ ਦੇ ਵਿੱਚ ਬਹੁਤ ਵਹਿਮ ਭਰਮ ਫੈਲਾ। ਮੈਂ ਕੋਈ ਵਹਿਮ ਨਹੀਂ ਪਾਉਂਦਾ। ਮੈਂ ਦੇਖੋ ਆਪਾਂ ਨੂੰ ਗੱਲਾਂ ਕਿੱਥੋਂ ਆਉਣੀਆਂ, ਆਪਾਂ ਆਲੇ ਦੁਆਲੇ ਚੋਂ ਆਉਣੀਆਂ ਨਾ ਗੱਲਾਂ, ਤੇ ਬਹੁਤੇ ਲੋਕ ਨੇ ਜਿਹੜੇ ਇਹ ਅੱਜ ਵੀ ਕਹਿੰਦੇ ਨੇ ਕਿ ਭਾਈ ਵੈਕਸੀਨ ਤੇ ਸਾਨੂੰ ਕੋਈ ਭਰੋਸਾ ਨਹੀਂ ਹੈਗਾ, ਵੈਕਸੀਨ ਦੇ ਪਿੱਛੇ ਕਿੰਨੇ ਰੌਲੇ ਪਏ ਫਿਰਦੇ ਆ। ਕੋੜਾ ਸਭ ਪਰਚੇ ਹੋ ਗਏ ਵੈਕਸੀਨ ਦੇ ਪਿੱਛੇ, 2 ਪਾਰਟੀਆਂ ਦੇ ਪਰਚੇ ਹੋ ਗਏ, ਕਹਿੰਦੇ ਵੈਕਸੀਨ ਵੇਚਣ ਲੱਗ ਗਏ। ਵੈਕਸੀਨ ਮੰਗਵਾਈ ਲੋਕਾਂ ਵਾਸਤੇ ਸੀ, ਨਿੱਜੀ ਹਸਪਤਾਲਾਂ ਨੂੰ ਵੇਚਤੀ। ਵੈਕਸੀਨ ਨੇ ਬਹੁਤ ਪੌੜੇ ਪਾਏ ਆ। ਚਲੋ ਚੰਗੀ ਗੱਲ ਆ, ਬਾਈ ਨੇ ਵੈਕਸੀਨ ਦੇ ਦੀਆਂ ਦੋਵੇਂ ਡੋਜ਼ਾਂ ਲਵਾਈਆਂ ਹੋਈਆਂ। ਜੇਕਰ ਸਿਹਤ ਠੀਕ ਆ, ਜਮਾਂ ਓਕੇ ਆ, ਤਾਂ ਫਿਰ ਭਾਈ ਠੀਕ ਆ, ਰਿਸ਼ਤਾ ਹੋ ਜਾਣਾ ਚਾਹੀਦਾ ਬਾਈ ਦਾ। ਚਲੋ ਰਿਸ਼ਤਾ ਤਾਂ ਹੋ ਜਾਊਗਾ। ਇੱਧਰ ਜਿਵੇਂ ਹੁਣ ਤੁਸੀਂ ਨਿੱਕੀ ਜਿਹੀ ਗੱਲ ਛੇੜ ਹੀ ਦਿੱਤੀ ਸੀਗੀ ਵੀ ਹੁਣ ਕੇਸ ਹੋਣ ਲੱਗ ਪਏ ਵੀ ਵੈਕਸੀਨ ਇੱਧਰੋਂ ਵੇਚਤੀ ਉੱਧਰੋਂ ਚੱਕ ਲਈ, ਆਹ ਸਾਰੀਆਂ ਚੀਜ਼ਾਂ। ਤੇ ਇੱਧਰ ਫਿਰ ਆਪਣੇ ਵਾਲੇ ਪਾਸੇ, ਪੰਜਾਬ ਵਾਲੇ ਪਾਸੇ ਵੀ ਇਲਜ਼ਾਮ ਲੱਗੀ ਜਾਂਦੇ ਆ, ਬਹੁਤ ਵੱਡੇ ਪੱਧਰ ਤੇ ਇਲਜ਼ਾਮ ਲੱਗੀ ਜਾਂਦੇ ਆ। ਪਾਰਟੀਆਂ ਆ ਕੇ ਫਿਰ ਵਿਰੋਧ ਪ੍ਰਦਰਸ਼ਨ ਵੀ ਕਰੀ ਜਾਂਦੀਆਂ ਨੇ, ਵਿਰੋਧੀ ਧਿਰ ਨੇ ਜਿਹੜੀਆਂ ਵੀ ਭਾਈ ਤੁਸੀਂ ਇਹ ਸਾਰਾ ਕੰਮ ਕੀਤਾ ਹੋਇਆ, ਇਸ ਪਾਸੇ ਤੁਸੀਂ ਸਰਕਾਰ ਤੋਂ ਖਰੀਦ ਲੈਂਦੇ ਹੋ, ਮੁੜ ਕੇ ਪ੍ਰਾਈਵੇਟ ਵਾਲਿਆਂ ਨੂੰ ਵੇਚ ਦਿੰਦੇ ਹੋ, ਤੇ ਉਹਦੇ ਕਰਕੇ ਫਿਰ ਕਹਿੰਦੇ ਆਰਡਰ ਵੀ ਦੇਤਾ ਅਗਲੇ ਨੇ ਵੀ ਤੁਸੀਂ ਭਾਈ ਵਾਪਸ ਮੰਗਾ ਲਓ ਜਿਹੜੀ ਪ੍ਰਾਈਵੇਟ ਵਾਲਿਆਂ ਨੂੰ ਵੇਚੀਆਂ ਸੀਗੀਆਂ। ਮਤਲਬ ਨੌਬਤਾਂ ਕਿਉਂ ਆ ਰਹੀਆਂ ਨੇ ਇਹੋ ਜਿਹੀਆਂ, ਸਮਝ ਨਹੀਂ ਆਉਂਦੀ। ਅਸਲ ਦੇ ਵਿੱਚ ਨਾ ਇਹ ਜਿਹੜੀ ਸਿਆਸਤ ਆ ਜਾਂ ਇਹ ਰਾਜਨੀਤੀ ਆ, ਇਹ ਬੜੀ ਗੰਦਲੀ ਤੇ ਬੜੀ ਮਤਲਬ ਨਾ ਇੱਕ ਤਸਵੀਰ ਇਹਦੀ ਇਹੋ ਜਿਹੀ ਹੋ ਗਈ ਜਿਹਨੂੰ ਤੁਸੀਂ ਕਹਿੰਦੇ ਹੁੰਦੇ ਆ ਕਿ ਪਹਿਲਾਂ ਬਲੈਕ ਐਂਡ ਵਾਈਟ ਫੋਟੋ ਹੁੰਦੀਆਂ ਸੀਗੀਆਂ, ਉਹ ਜਦੋਂ ਉਹਨਾਂ ਤੇ ਥੋੜਾ ਜਿਹਾ ਪਾਣੀ ਪੂਣੀ ਜਾਂ ਡਿੱਗ ਪੈਂਦਾ ਨਾ, ਉਹ ਫਿਰ ਧੁੰਦਲੀਆਂ ਜਿਹਾ ਹੋ ਜਾਂਦੀਆਂ। ਉਸ ਤੋਂ ਬਾਅਦ ਉਹਨਾਂ ਨੂੰ ਸਾਫ਼ ਕਰਨਾ ਮੁਸ਼ਕਲ ਹੀ ਹੁੰਦਾ। ਬਿਲਕੁਲ ਜਮਾਂ ਹੀ ਇਹੋ ਜਿਹਾ ਹਾਲ ਆ ਹੁਣ ਆਪਣੀ ਰਾਜਨੀਤੀ ਦਾ। ਹੁਣ ਦੇਖੋ ਸਿੱਧੇ ਤੌਰ ਤੇ ਆ, ਜਿਵੇਂ ਸਰਕਾਰ ਦੇ ਅੰਕੜੇ ਨੇ ਜਾਂ ਜਿਵੇਂ ਓਪੋਜੀਸ਼ਨਸ ਵੀ ਕਹਿ ਰਹੀਆਂ ਨੇ, ਹਨਾ, ਸਰਕਾਰੀ ਡਾਕੂਮੈਂਟ ਦੇ ਮੁਤਾਬਕ 400 ਰੁਪਏ ਦੀ ਇੱਕ ਡੋਜ਼ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਖਰੀਦੀ ਹੈ ਜੀ। ਹੁਣ ਉਹ ਡੋਜ਼ ਹੈ ਜਿਹੜੀ ਸਰਕਾਰ ਨੇ ਆਪਣੇ ਬਜਟ ਦੇ ਮੁਤਾਬਕ ਜਿੰਨਾ ਪੈਸਾ ਲੋਕਾਂ ਵਾਸਤੇ ਰੱਖਿਆ, ਉਹਨਾਂ ਨੂੰ ਸਿਹਤ ਦੇ ਵਾਸਤੇ ਜਿੰਨਾ ਪੈਸਾ ਰੱਖਿਆ, ਉਹ ਉਹਨਾਂ ਨੇ ਖਰੀਦੀ ਜੀ। ਉਹ ਲੋਕਾਂ ਵਾਸਤੇ ਫ੍ਰੀ ਹੈ, ਲੋਕਾਂ ਨੂੰ ਫ੍ਰੀ ਲੱਗਣੀ ਆ। ਇਹ ਸਰਕਾਰ ਦੀ ਮੌਲਿਕ ਜ਼ਿੰਮੇਵਾਰੀ
ਬਣਦੀ ਆ, ਬਿਲਕੁਲ। ਮੁੱਢਲੀ ਜ਼ਿੰਮੇਵਾਰੀ ਬਣਦੀ ਆ। ਉਹਨਾਂ ਨੇ ਕੀ ਕੀਤਾ, ਖਰੀਦ ਲਈ 400 ਨੂੰ, ਹੁਣ ਗਾਂ 1000 ਤੇ 60 ਰੁਪਏ ਦੀ ਨਿੱਜੀ ਸਕੂਲਾਂ ਨੂੰ ਦੇਣੀ ਸ਼ੁਰੂ ਕਰਤੀ। ਬਿਲਕੁਲ। ਉਹਨਾਂ ਕੋਲੇ ਵੀ ਜਾਣੀ ਚਾਹੀਦੀ ਹੈ ਕਹਿੰਦੇ। ਹੁਣ ਇੰਨੀ ਨਹੀਂ ਗੱਲ ਰੁਕੀ, ਉਹਨਾਂ ਦੇ ਜਿਹੜੇ ਸੀਐਸ ਨੇ ਉਹਨਾਂ ਨੇ ਆਪਣੇ ਟਵਿੱਟਰ ਤੇ ਲਿਖਿਆ ਕਿ ਇੱਕ ਫਲਾਣਾ ਨਿੱਜੀ ਹਸਪਤਾਲ, ਵੱਡਾ ਹਸਪਤਾਲ ਤੇ ਇੱਕ ਟਮਕਾਣਾ, ਇਹਨਾਂ ਦੋਵਾਂ ਤੇ ਨਿੱਜੀ ਹਸਪਤਾਲਾਂ ਤੇ ਵੈਕਸੀਨ ਲਵਾਉਣ ਜਾਓ, ਉੱਥੇ ਹੈਗੀ ਆ। ਤੇ ਸਰਕਾਰੀ ਜਿਹੜੇ ਡਿਸਪੈਂਸਰੀਆਂ ਸੀਗੀਆਂ, ਜਿਹੜੇ ਹਸਪਤਾਲ ਸੀਗੇ, ਉਹਨਾਂ ਦੇ ਬਾਹਰ ਆਪਾਂ ਪੇਪਰ ਲਿਖੇ ਹੋਏ ਪੜ੍ਹਦੇ ਹੁੰਦੇ ਸੀਗੇ ਵੀ ਸਾਡੇ ਕੋਲੇ ਅਵੇਲੇਬਲ ਨਹੀਂ ਭਾਈ, ਅਸੀਂ ਤਾਂ ਮੰਗਾਵਾਂਗੇ। ਹੁਣ ਇਹ ਸਭ ਦੇ ਵਿਚਾਲੇ ਜਦੋਂ 400 ਰੁਪਏ ਦੀ ਲਈ ਆ ਭਾਈ, ਤੁਹਾਨੂੰ ਹੱਕ ਕਿਹਨੇ ਦੇਤਾ ਕਿ ਗਾਂ 1060 ਦੀ ਤੁਸੀਂ ਵੇਚਣੀ ਹੈ? ਜੇ ਤੁਸੀਂ ਸਹੀ ਸੀਗੇ ਕਿ ਤੁਸੀਂ 1060 ਦੀ ਗਾਂ ਦੇ ਸਕਦੇ ਸੀ, ਤੁਹਾਨੂੰ ਤੁਹਾਡੇ ਤੇ ਕੋਈ ਐਲੀਗੇਸ਼ਨ ਨਹੀਂ ਲੱਗ ਸਕਦਾ, ਤੁਸੀਂ ਪ੍ਰੋਟੋਕਾਲ ਦੇ ਅਧੀਨ ਕੰਮ ਕੀਤਾ, ਫਿਰ ਤੁਹਾਨੂੰ ਇਹ ਫੈਸਲਾ ਲੈਣ ਦੀ ਕੀ ਲੋੜ ਸੀ ਵੀ ਉਹਨਾਂ ਤੋਂ ਵਾਪਸ ਲੈ ਲਓ? ਨਹੀਂ, ਪਹਿਲੀ ਗੱਲ ਤਾਂ ਇਹੀ ਨਹੀਂ ਸਮਝ ਆਉਂਦੀ ਵੀ ਲੋਕਾਂ ਬਾਰੇ ਇਹਨਾਂ ਚੋਂ ਕੋਈ ਨਹੀਂ ਸੋਚਦਾ ਹੈਗਾ ਵੀ ਜਦੋਂ ਤੁਸੀਂ 400 ਰੁਪਏ ਦੀ ਖਰੀਦੀ ਹੈ, ਜੇ ਤੁਸੀਂ 1000 ਦੀ ਵੇਚੀ ਜਾਂਦੇ ਹੋ ਤਾਂ ਅਗਲਾ ਜਿਹੜਾ ਅੱਗੇ ਲੋਕਾਂ ਦੇ ਲਗਾ ਰਿਹਾ ਹੋਊਗਾ ਵੈਕਸੀਨ, ਉਹ ਕਿੰਨੇ ਦੀ ਲਗਾ ਰਿਹਾ ਹੋਊਗਾ? ਉਹਨਾਂ ਨੂੰ ਕਹਿੰਦੇ 1560 ਰੁਪਏ ਦੀ ਤੁਸੀਂ ਲਾ ਦਿਓ ਲੋਕਾਂ ਦੇ। ਅੱਛਾ। 1060 ਦੀ ਲੈ ਕੇ 1560 ਦੀ ਲਾ ਦਿਓ, 500 ਰੁਪਏ ਇੱਕ ਬੰਦੇ ਤੋਂ ਕਮਾ ਲਓ। ਹੁਣ ਜਿਹੜੇ ਇੱਕ ਪਰਿਵਾਰ ਦੇ ਵਿੱਚ 2 ਜਾਂ 3 ਮੈਂਬਰ ਹੈ, 4-5 ਹਜ਼ਾਰ ਰੁਪਇਆ ਜੇਬ ਚ ਪਾ ਕੇ ਜਾਣੋ, ਜੇ ਉਹਨੇ ਨਿੱਜੀ ਹਸਪਤਾਲ ਦੇ ਵਿੱਚ ਜਾਣਾ, ਫੇਰ ਵੈਕਸੀਨ ਲੱਗੂਗੀ। ਮਤਲਬ ਜਿਹੜੀ ਚੀਜ਼ ਲੋਕਾਂ ਨੂੰ ਫ੍ਰੀ ਮਿਲਣੀ ਸੀਗੀ ਜਾਂ ਜਿਹੜਾ ਹੱਕ ਬਣਦਾ ਯਾਰ ਲੋਕਾਂ ਦਾ, ਉਹ ਕਿਉਂ ਨਹੀਂ ਬਈ ਦਿੱਤੀ ਗਈ ਉਹਨਾਂ ਨੂੰ? ਫਿਰ ਆਪੋਜੀਸ਼ਨ ਨੇ ਇਹ ਸਵਾਲ ਚੁੱਕ ਲਿਆ, ਕਹਿੰਦੇ ਭਾਈ ਤੁਸੀਂ ਕਰ ਰਹੇ ਹੋ ਗਲਤ, ਇਹਦਾ ਖਾਮਿਆਜ਼ਾ ਤੁਹਾਨੂੰ ਭੁਗਤਣਾ ਪੈਣਾ। ਨਾਲ ਦੀ ਨਾਲ ਆਰਡਰ ਜਾਰੀ ਕਰਤੇ ਕਿ ਤੁਸੀਂ ਭਾਈ ਹੁਣ ਸਾਰੀ ਵੈਕਸੀਨ ਵਾਪਸ ਲੈ ਲਓ, ਜਿੰਨੇ ਪੈਸੇ ਬਣਦੇ ਆ ਉਹ ਤੁਸੀਂ ਜਮ੍ਹਾਂ ਕਰਾ ਦਿਓ, ਤੇ ਗਾਂ ਨੂੰ ਉਹਨਾਂ ਨੂੰ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਨਹੀਂ ਦੇਣੀ। ਹੁਣ ਆਪਣੇ ਫੈਸਲੇ ਦੇ ਵਿੱਚ ਸਰਕਾਰ ਫਸ ਗਈ। ਹੁਣ ਇਹ ਸਭ ਦੇ ਵਿਚਾਲੇ ਪਹਿਲਾਂ ਆਮ ਆਦਮੀ ਪਾਰਟੀ ਨੇ ਪ੍ਰੋਟੈਸਟ ਕਰਤਾ, ਉਹਨਾਂ ਨੇ ਵੀ ਵੱਡਾ ਇਕੱਠ ਕਰਤਾ, ਪਹਿਲਾਂ ਬਲਬੀਰ ਸਿੰਘ ਸਿੱਧੂ ਹੋਰਾਂ ਦੀ ਕੋਠੀ ਵੱਲ ਨੂੰ, ਫਿਰ ਕਹਿੰਦੇ ਮੁੱਖ ਮੰਤਰੀ ਦੀ ਕੋਠੀ ਵੀ ਘੇਰਾਂਗੇ। ਫਿਰ ਉਦੋਂ ਅਗਲੇ ਦਿਨ ਜਿਹੜੀ ਅਕਾਲੀ ਦਲ ਸੀਗਾ ਉਹਨਾਂ ਨੇ ਵੀ ਵੱਡਾ ਇਕੱਠ ਕਰ ਲਿਆ, ਕਹਿੰਦੇ ਬਲਬੀਰ ਸਿੱਧੂ ਨੂੰ ਅਸੀਂ ਵੀ ਬਾਹਰ ਨਹੀਂ ਨਿਕਲਣ ਨਹੀਂ ਦੇਣਾ। ਕਿਉਂ? ਗਲਤ ਕੀਤਾ ਭਾਈ ਕੰਮ, ਠੀਕ ਹੈ ਉਹਨਾਂ ਨੇ ਗਲਤ ਕੀਤਾ, ਤੁਸੀਂ ਆਪੋਜੀਸ਼ਨ ਹੋ, ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸਵਾਲ ਚੱਕੋ, ਤੁਸੀਂ ਲੋਕਾਂ ਨੂੰ ਜਾਗਰੂਕ ਕਰੋ, ਤੁਸੀਂ ਡਿਊਟੀ ਨਿਭਾ ਰਹੇ ਹੋ। ਪਰ ਕੀ ਗੱਲ ਇੱਥੇ ਖੜ ਜਾਂਦੀ ਹੈ ਕਿ ਤੁਸੀਂ ਆਪੋਜੀਸ਼ਨ ਹੋ, ਤੁਸੀਂ ਰੌਲਾ ਪਾਤਾ, ਮੀਡੀਆ 'ਚ ਆ ਗਏ, ਗੱਲ ਖਤਮ। ਅਸੀਂ ਕਹਿਤਾ ਕਿ ਬਲਬੀਰ ਸਿੱਧੂ ਨੇ ਧੋਖਾ ਕੀਤਾ, ਅਸੀਂ ਕਹਿਤਾ ਕਿ ਕੈਪਟਨ ਨੇ ਧੋਖਾ ਕੀਤਾ, ਖਤਮ ਹੋ ਗਈ ਗੱਲ ਇੱਥੇ। ਕੈਪਟਨ ਨੇ ਕੁਝ ਨਹੀਂ ਕਰਿਆ, ਉੱਤੇ ਬਲਬੀਰ ਸਿੱਧੂ ਨੇ ਕੁਝ ਨਹੀਂ ਕਰਿਆ, ਇੰਨਾ ਹੀ ਆਰਡਰ ਕੀਤਾ ਕਿ ਹੁਣ ਅਸੀਂ ਨਿੱਜੀ ਹਸਪਤਾਲ ਨਹੀਂ ਦਿੰਦੇ। ਪਰ ਭਾਈ ਇਹ ਇਲੀਗਲ ਕੰਮ ਕੀਤਾ ਕਿਉਂ ਸੀ? ਬਿਲਕੁਲ, ਇਹਨਾਂ ਚੀਜ਼ਾਂ ਦੇ ਜਵਾਬ ਜਿਹੜੇ ਨੇ ਉਹ ਕੋਈ ਵੀ ਨਹੀਂ ਮੰਗਦਾ। ਹੁਣ ਜੇ ਲੋਕਾਂ ਦੀ ਗੱਲ ਕਰੀਏ, ਆਮ ਲੋਕ ਵੀ ਇਸ ਵੇਲੇ ਇਹਨਾਂ ਚੀਜ਼ਾਂ ਬਾਰੇ ਨਹੀਂ ਇੰਨਾ ਬੋਲ ਰਹੇ ਹੈਗੇ ਖੁੱਲ ਕੇ ਵੀ ਭਾਈ ਤੁਸੀਂ ਇਹ ਚੀਜ਼ਾਂ ਸਾਡੇ ਨਾਲ ਕਿਉਂ ਕੀਤੀਆਂ, ਜਾਂ ਜਿਹੜੀਆਂ ਵੈਕਸੀਨਾਂ ਸਾਨੂੰ ਲੱਗਣੀਆਂ ਚਾਹੀਦੀਆਂ ਸੀ ਉਹ ਤੁਸੀਂ ਸਾਡੇ ਤੱਕ ਮੁਹੱਈਆ ਕਿਉਂ ਨਹੀਂ ਕਰਵਾਈਆਂ। ਉੱਤੋਂ ਦੀ ਸਰਕਾਰ ਨੇ, ਤੁਸੀਂ ਗੱਲ ਕੀਤੀ ਨਾ ਵੀ ਕੋਈ ਐਕਸ਼ਨ ਨਹੀਂ ਲਿੱਤਾ, ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਸਰਕਾਰ ਨੇ ਐਕਸ਼ਨ ਨਹੀਂ ਲਿੱਤਾ। ਸਰਕਾਰ ਨੇ ਐਕਸ਼ਨ ਲਿੱਤਾ, ਉਹਨਾਂ ਤੇ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਉਹਨਾਂ ਦੇ ਉੱਤੇ ਵੀ ਕਹਿਤਾ ਵੀ ਇਹਨਾਂ ਨੇ ਪ੍ਰੋਟੋਕਾਲ ਫੋਲੋ ਨਹੀਂ ਕੀਤੇ ਹੈਗੇ। ਡੀਜੀਪੀ ਸਾਹਿਬ ਨੂੰ ਕਹਿਤਾ ਵੀ ਭਾਈ ਇਹਨਾਂ ਦੇ ਪਰਚੇ ਕਰੋ, ਸਾਰਿਆਂ ਦੇ ਉੱਤੇ ਦਰਜ, ਕੱਲਾ ਲੱਭ ਕੇ ਪਰਚੇ ਦਰਜ ਕਰੋ, ਇਹਨਾਂ ਦੇ ਕਿਹੜੇ ਖੜਾ ਸੀਗਾ। ਦੋਵਾਂ ਤਰ੍ਹਾਂ ਦੇ ਪਰਚੇ ਕਰਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ। ਕਹਿੰਦੇ ਤੁਸੀਂ ਬਹੁਤ ਗਲਤ ਕੰਮ ਕੀਤਾ, ਇਹ ਤਾਂ ਤੁਸੀਂ ਜਮਾ ਹੀ ਮਤਲਬ ਕਾਨੂੰਨ ਤੋਂ ਬਾਹਰ ਹੀ ਹੋ ਗਏ, ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ, ਤੁਹਾਡੇ ਤੇ ਕਰਾਂਗੇ ਪਰਚੇ। ਤੇ ਜਿਹੜਾ ਤੁਸੀਂ ਗਲਤ ਕੀਤਾ ਤੁਹਾਡੇ ਤੇ ਪਰਚਾ ਕੌਣ ਕਰੂਗਾ? ਅਸੀਂ ਆਪ ਤਾਂ ਕਰ ਨਹੀਂ ਨਾ ਸਕਦੇ। ਹੁਣ ਇਦੋਂ ਬਾਅਦ ਕੀ ਸੀ? ਇਹ ਸੀਗਾ ਵੀ ਮਤਲਬ ਆਪੋਜੀਸ਼ਨ ਇਸ ਮਾਮਲੇ ਦੇ ਪਿੱਛੇ ਪੈਂਦਾ ਕਿ ਭਾਈ ਅਸੀਂ ਲੀਗਲ ਕਾਰਵਾਈ ਵੀ ਕਰਾਂਗੇ, ਅਸੀਂ ਹਾਈ ਕੋਰਟ ਵੀ ਜਾਵਾਂਗੇ, ਤੁਸੀਂ ਉੱਥੇ ਸਬੂਤ ਦੇ ਦਿਓ ਕਿ ਸਾਡਾ ਹੱਕ ਬਣਦਾ ਸੀ, ਅਸੀਂ ਉਹਨਾਂ ਨੂੰ ਭਾਈ ਦੇ ਸਕਦੇ ਹਾਂ, ਜਾਂ ਅਸੀਂ ਵੱਧ ਰੇਟ ਤੇ ਦੇ ਸਕਦੇ, ਜਾਂ ਅਸੀਂ ਇਹ ਚੋਂ ਪੈਸਾ ਕਮਾ ਸਕਦੇ ਹਾਂ। ਫਿਰ ਤੁਸੀਂ ਬਰੀ ਹੁੰਨੇ ਹੋ, ਛੱਡ ਤੇ। ਹੁਣ ਇਦੋਂ ਬਾਅਦ ਉਹ ਚੁੱਪ। ਹੁਣ ਕੱਲਾ ਕੀ ਬਲਬੀਰ ਸਿੱਧੂ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਕੱਲਾ ਉਹੀ ਇਹਦਾ ਮਤਲਬ ਜ਼ਿੰਮੇਵਾਰ ਹੋਊਗਾ ਕਿ ਜਿਹੜੇ ਅਫਸਰ ਸਾਹਿਬਾਨ ਨੇ ਜਾਂ ਉਹਨਾਂ ਦੇ ਵਿੱਚ ਜਿਹੜੇ ਆਈਏਐਸ ਅਧਿਕਾਰੀਆਂ ਦੀਆਂ ਡਿਊਟੀਆਂ ਲੱਗੀਆਂ ਹੋਣਗੀਆਂ ਉਹਨਾਂ ਦਾ ਕੋਈ ਕਸੂਰ ਨਹੀਂ, ਮਤਲਬ ਸਿਰਫ ਤੇ ਸਿਰਫ ਉਹਦਾ ਕਸੂਰ ਹੈ ਜਿਹੜਾ ਮੰਤਰੀ ਆ, ਹੋਰ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ। ਪਹਿਲਾਂ ਵੀ ਇਹ ਗੱਲਾਂ ਉੱਠਦੀਆਂ ਰਹੀਆਂ ਨੇ ਕਿ ਉੱਪਰੋਂ ਦੀ ਲੈ ਕੇ ਨੀਚੇ ਤੱਕ ਹਰ ਕੋਈ ਨਾਲ ਜੁੜਿਆ ਹੀ ਹੁੰਦਾ, ਕਿਉਂਕਿ ਜਿਵੇਂ ਤੁਸੀਂ ਕਹਿੰਦੇ ਹੋ ਜਵਾਬਦੇਹੀ ਹੁੰਦੀ ਹੈ ਹਰ ਇੱਕ ਦੀ। ਹੁਣ ਨੀਚੇ ਵਾਲੇ ਜਿਹੜੇ ਅਫਸਰ ਨੇ ਨੀਚੇ ਆਰਡਰ ਕੀਤੇ ਨੇ ਵੀ ਤੁਸੀਂ ਇਹ ਕੰਮ ਕਰਨਾ, ਹੁਣ ਅਗਲੇ ਨੂੰ ਉਹਦੀ ਜਵਾਬਦੇਹੀ, ਅਗਲੇ ਨੂੰ ਉਹਦੀ ਸੁਣਨੀ ਪਊਗੀ। ਜੇ ਨਹੀਂ ਸੁਣਨਗੇ ਤਾਂ ਫਿਰ ਅਗਲੇ ਫਟਾਫਟ ਚੱਕ ਕੇ ਬਦਲੀ ਕਰ ਦਿੰਦੇ ਨੇ ਜਾਂ ਫਿਰ ਸਸਪੈਂਡ ਕਰ ਦਿੰਦੇ ਨੇ, ਇਹੋ ਜਿਹੀ ਚੀਜ਼ਾਂ ਕਰਦੇ ਨੇ। ਹੁਣ ਇਹਨਾਂ ਸਾਰੀਆਂ ਚੀਜ਼ਾਂ ਤੇ ਠੱਲ ਅਸੀਂ ਮੈਨੂੰ ਲੱਗਦਾ ਜਦੋਂ ਦੇ ਉਲਟ ਪੁਲਟ ਕਰਨਾ ਸ਼ੁਰੂ ਕੀਤਾ ਅਸੀਂ ਉਦੋਂ ਦੇ ਗੱਲ ਕਰਦੇ ਵੀ ਇਹਨਾਂ
ਚੀਜ਼ਾਂ ਦੇ ਉੱਤੇ ਠੱਲ ਪਾਊਗਾ ਕੌਣ? ਠੱਲ ਨਹੀਂ ਪੈ ਸਕਦੀ, ਕਿਉਂਕਿ ਹਰ ਕੋਈ ਜਾਗਰੂਕ ਨਹੀਂ ਹੈਗਾ, ਹਰ ਕੋਈ ਇਹ ਨਹੀਂ ਹੈਗਾ ਵੀ ਕਰਪਸ਼ਨ ਨਹੀਂ ਕਰਦਾ, ਹਰ ਕੋਈ ਇਦਾਂ ਦਾ ਕੋਈ ਬੰਦਾ ਨਹੀਂ ਮਿਲਦਾ, ਹਰ ਕੋਈ ਇਮਾਨਦਾਰ ਅਫਸਰ ਨਹੀਂ ਮਿਲਦਾ। ਜਿਹੜਾ ਇਮਾਨਦਾਰੀ ਕਰਦਾ ਉਹਨੂੰ ਫਿਰ ਦੂਸਰੇ ਤਰੀਕੇ ਦੇ ਨਾਲ ਵੀ ਸਮਝਾ ਲੈਂਦੇ ਨੇ, ਜਾਂ ਦੂਸਰੇ ਤਰੀਕੇ ਨਾਲ ਭਰਮਾ ਲੈਂਦੇ ਨੇ, ਜਾਂ ਡਰਾ ਦਿੰਦੇ ਨੇ, ਜਾਂ ਧਮਕਾ ਦਿੰਦੇ ਨੇ। ਇਹ ਸਾਰੀਆਂ ਚੀਜ਼ਾਂ ਵੀ ਚੱਲਦੀਆਂ ਨੇ, ਔਰ ਇਹਦੇ ਤੋਂ ਮੈਨੂੰ ਲੱਗਦਾ ਕੋਈ ਵੀ ਮੁਨਕਰ ਨਹੀਂ ਹੋਊਗਾ। ਜਿਹੜੀ ਸਾਡੀ ਆਡੀਅנס ਵੀ ਜਿਹੜੀ ਦੇਖ ਰਹੀ ਹੋ, ਉਹ ਵੀ ਇਹ ਗੱਲ ਨਹੀਂ ਕਹਿ ਸਕਦੇ ਨਹੀਂ ਜੀ ਤੁਸੀਂ ਗਲਤ ਕਹਿ ਰਹੇ ਹੋ, ਹੁੰਦਾ ਨਹੀਂ ਹੈਗਾ ਕਦੀ, ਕਿਉਂਕਿ ਕਿਤੇ ਨਾ ਕਿਤੇ ਮਸਲੇ ਇਹੋ ਜਿਹੇ ਸਾਹਮਣੇ ਆ ਹੀ ਜਾਂਦੇ ਨੇ, ਚਾਹੇ ਉਹ ਕੋਈ ਅਫਸਰ ਮੂਹਰੇ ਆ ਕੇ ਬੋਲ ਦੇਵੇ, ਚਾਹੇ ਕੋਈ ਬੋਲ ਦੇਵੇ, ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਠੱਲ ਨਹੀਂ ਪੈ ਸਕਦੀ। ਪਰ ਗੱਲ ਇਹ ਹੈ ਵੀ ਲੋਕਾਂ ਦੇ ਨਾਲ ਜਿਨ੍ਹਾਂ ਦੇ ਨਾਲ ਧੱਕਾ ਹੋਇਆ, ਲੋਕਾਂ ਦੇ ਨਾਲ ਜਿਨ੍ਹਾਂ ਦੇ ਨਾਲ ਗਲਤ ਹੋਇਆ, ਉਹ ਲੋਕ ਕਿਉਂ ਨਹੀਂ ਬੋਲਦੇ? ਉਹ ਲੋਕ ਜੇ ਬੋਲਣਗੇ, ਕਿਉਂਕਿ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਇਹਨਾਂ ਨੂੰ ਤਾਂ ਲੱਗਦਾ ਅੱਛਾ ਵਿਰੋਧੀ ਧਿਰ ਬੋਲ ਰਹੀ ਹੈ, ਬੋਲੀ ਜਾਣ ਦਿਓ, ਕੋਈ ਚੱਕਰ ਨਹੀਂ। ਜਦੋਂ ਲੋਕ ਬੋਲਣਗੇ ਉਦੋਂ ਦੇਖਾਂਗੇ। ਲੋਕ ਇਹਨਾਂ ਨੂੰ ਕਿਤੇ ਨਜ਼ਰ ਨਹੀਂ ਆਉਂਦੇ, ਮਤਲਬ ਮਸਲਾ ਤਾਂ ਹੱਲ ਹੋਣਾ ਹੀ ਨਹੀਂ ਕਦੀ ਵੀ। ਇਹ ਜਿਹੜਾ ਕੁਝ ਮਰਜ਼ੀ ਕਰੀ ਜਾਣ ਸਰਕਾਰਾਂ, ਕਿਸੇ ਨੇ ਇਹਨਾਂ ਹੱਲ ਨਹੀਂ ਕਰਨਾ। ਆਉਣਗੀਆਂ ਲੁੱਟੀ ਜਾਣਗੀਆਂ ਤੇ ਮੁੜ ਕੇ ਚਲੀਆਂ ਜਾਣਗੀਆਂ। ਇਹ ਕੁਝ ਬਹੁਤ ਵੱਡੀ ਗੱਲ ਹੈ, ਇੱਕ ਬੜੀ ਵੱਡੀ ਗੱਲ ਹੈ ਵੀ ਜਦੋਂ ਵੀ ਇੱਕ ਧਿਰ ਸੱਤਾ ਚਾਹ ਤੇ ਦੂਜੀ ਆਪੋਜੀਸ਼ਨ ਹੈ। ਆਪੋਜੀਸ਼ਨ ਨੇ ਹਮੇਸ਼ਾ ਸੱਤਾ ਧਰ ਤੇ ਜਿਹੇ ਜਿਹੇ ਇਲਜ਼ਾਮ ਲਾਉਣੇ ਹੁੰਦੇ ਆ ਕਿ ਇਹਨਾਂ ਨੇ ਤਾਂ ਜੀ ਕਰੋੜਾਂ ਰੁਪਏ ਦੀ ਜਾਇਦਾਦ ਨੱਪ ਲਈ, ਇਹਨਾਂ ਨੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਲਏ, ਇਹਨਾਂ ਨੇ ਮਾਫੀਆ ਚਲਾਤਾ, ਇਹ ਮਾਫੀਏ ਦੇ ਨਾਲ ਇੰਨੇ ਕਰੋੜਾਂ ਪਤੀ ਬਣ ਗਏ, ਅਰਬਾਂ ਪਤੀ ਬਣ ਗਏ। ਇਹ ਕਰਦੇ ਕਰਾਉਂਦੇ 5 ਸਾਲ ਨਿਕਲ ਜਾਂਦੇ ਹੁੰਦੇ ਆ। ਉਦੋਂ ਬਾਅਦ ਆ ਜਾਂਦੀ ਆ ਅਗਲੀ ਪਾਰਟੀ ਸੱਤਾ ਦੇ ਵਿੱਚ, ਉਹ ਹੋ ਜਾਂਦੀ ਆਪੋਜੀਸ਼ਨ। ਉਹਦੇ ਵਾਲਾ ਮਾਮਲਾ ਛੱਡਤਾ, ਉਹ ਤਾਂ ਅਰਬਾਂ ਪਤੀ ਬਣ ਗਿਆ, ਉਹਦੇ ਵਾਲਾ ਛੱਡਤਾ, ਤੂੰ ਅਰਬਾਂ ਪਤੀ ਬਣ ਗਿਆ, ਕਹਾਣੀ ਖਤਮ। ਹੁਣ ਅਸੀਂ ਸੱਤਾ 'ਚ, ਹੁਣ ਤੁਸੀਂ ਬੋਲੋ। ਇਹ ਉੱਠ ਖੜਨਗੇ ਜਿਹੜੇ ਅਰਬਾਂਪਤੀ ਬਣੇ ਆ, ਉਹ ਕਹਿਣਗੇ ਲਓ ਜੀ ਫਲਾਣਾ ਸਿਓ ਨੇ ਚੱਕ ਕੇ ਜੀ ਉਹ ਤਾਂ ਜੀ ਅਰਬਾਂਪਤੀ ਬਣ ਗਿਆ, ਉਹਨੇ ਫਲਾਣੀ ਜ਼ਮੀਨ ਤੇ ਕਬਜ਼ਾ ਕਰ ਲਿਆ, ਇੱਥੇ ਉਹਨੇ ਜ਼ਮੀਨਾਂ ਦੇ ਪਲਾਟ ਕੱਟ ਵੇਚਤੇ। ਕਹਿਣਗੇ ਇੱਕ ਦੂਜੇ ਨੂੰ, ਇਲਜ਼ਾਮ ਲਾਉਣਗੇ, ਪਰ ਉਹਦੀ ਤਹਿ ਤੱਕ ਕੋਈ ਨਹੀਂ ਜਾਂਦਾ। ਬਿਲਕੁਲ, ਇਹ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਵੀ ਜੇ ਉਹਨੇ ਜ਼ਮੀਨ ਨੱਪੀ ਸੀਗੀ, ਅੱਜ ਤੁਸੀਂ ਸੱਤਾ 'ਚੋਂ ਕਰੋ ਉਹਦੀ ਪੜਤਾਲ, ਕਰੋ ਉਹਦੀ ਜਾਂਚ, ਕਿਉਂ ਬਈ ਨੱਪੀ ਸੀਗੀ? ਤੁਸੀਂ ਸੱਤਾ 'ਚ ਹੋ ਕੇ ਆਹ ਕੁਛ ਕਰਦੇ ਰਹੇ ਹੋ। ਛੱਡੋ, ਲੋਕਾਂ ਦੀ ਜ਼ਮੀਨ ਹੈ, ਲੋਕਾਂ ਦੀ ਜਾਇਦਾਦ ਆ, ਲੋਕਾਂ ਦੀ ਪ੍ਰਾਪਰਟੀ ਆ, ਕਿਉਂ ਨੱਪਦੇ ਹੋ ਤੁਸੀਂ? ਕਿਸੇ ਗਰੀਬ ਦਾ ਹੱਕ ਮਾਰਿਆ ਹੋਊਗਾ ਨਾ, ਆਹ ਨਹੀਂ ਕਰਨਾ। ਇਹ ਕਰਨਾ ਹੈ ਵੀ ਜਿੱਦਣ ਅਸੀਂ ਆਪੋਜੀਸ਼ਨ 'ਚ ਹੋਏ ਉਦੋਂ ਅਸੀਂ ਰੌਲਾ ਪਾਵਾਂਗੇ, ਅੱਜ ਤੁਸੀਂ ਪਾਉਨੇ ਹੋ, ਪਰ ਅਸੀਂ ਉੱਤਰ ਕਾਟੋ ਮੈਂ ਚੜਾ, ਇਹੋ ਕੁਛ ਹੀ ਚੱਲੀ ਜਾਂਦਾ। ਬਿਲਕੁਲ, ਤੇ ਇਹ ਰੌਲਾ ਮੇਰੇ ਖਿਆਲ ਨਾਲ ਇਸੇ ਤਰੀਕੇ ਦੇ ਨਾਲ ਚੱਲਦਾ ਰਹਿਣਾ, ਕਿਉਂਕਿ ਸੱਤਾ ਦੇ ਵਿੱਚ ਜਦੋਂ ਆਉਂਦੇ ਨੇ ਉਹਨਾਂ ਚੀਜ਼ਾਂ ਦਾ ਜਵਾਬ ਕੋਈ ਨਹੀਂ ਦਿੰਦਾ ਜਿਹੜੀ ਚੀਜ਼ ਦੇ ਵਿਰੋਧੀ ਕਰਦੀ ਹੈ। ਇਹ ਗੱਲ ਕਹਿ ਕੇ ਖਹਿੜਾ ਬੜੀ ਛੇਤੀ ਛੁਡਾ ਲੈਂਦੇ ਨੇ, ਉਹ ਵਿਰੋਧੀ ਧਿਰ ਹੈ, ਉਹਨਾਂ ਨੇ ਤਾਂ ਕਹਿਣਾ ਹੀ ਹੈ। ਉਹਨਾਂ ਨੇ ਆਪਣੇ ਇੱਕ ਵਾਰੀ ਕੀ ਕੀਤਾ, ਉਦੋਂ ਬਾਅਦ ਤਾਂ ਤੁਸੀਂ ਸਵਾਲ ਨਹੀਂ ਚੁੱਕੇ, ਲੋਕਾਂ ਨੂੰ ਇਸ ਤਰੀਕੇ ਦੇ ਨਾਲ ਰੋਲੀ ਗੋਲੀ ਕਰ ਦਿੰਦੇ ਨੇ, ਪਰ ਜਵਾਬ ਹਾਲੇ ਤੱਕ ਇਹਨਾਂ ਚੀਜ਼ਾਂ ਦੇ ਨਹੀਂ ਮਿਲਦੇ ਤੇ ਲੋਕ ਜਵਾਬ ਮੰਗਦੇ ਪਏ ਨੇ। ਜਵਾਬ ਕਦੋਂ ਮਿਲਣਗੇ ਤਾਂ ਨਹੀਂ ਪਤਾ, ਪਰ ਮੁੱਦੇ ਮਸਲੇ ਸਾਡੇ ਕੋਲ ਹੋਰ ਵੀ ਬਹੁਤ ਨੇ, ਨਿਗਾਹ ਉਹਨਾਂ ਤੇ ਮਾਰਾਂਗੇ, ਪਰ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਨਾ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ, ਨਹੀਂ ਹੈ ਰਿਪੀਟ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਠੰਡਾ ਸਵਾਗਤ ਹੈ। ਕੜਾ ਸਾਹਿਬ ਕੀ ਹੋ ਗਿਆ ਸੀ? ਮੈਂ ਕਿਹਾ ਉਲਟ ਪੁਲਟ ਗੱਲਾਂ ਬਾਤਾਂ ਮਤਲਬ ਚੱਲ ਰਹੀਆਂ ਨੇ, ਉਲਟ ਪੁਲਟ ਮਸਲੇ ਚੱਲ ਰਹੇ ਨੇ, ਥੋੜੇ ਜਿਹੇ ਉਲਟ ਪੁਲਟ ਕਰਕੇ ਦੇਖ ਲਿਆ। ਤੁਸੀਂ ਕਿਹਾ ਕੋਸ਼ਿਸ਼ ਕਰਿਆ ਕਰੋ ਸਵਾਗਤ ਠੰਡਾ ਕਰਨ ਦੀ। ਦੇਖੋ ਮਈ ਦੇ ਮਹੀਨੇ ਤੱਕ ਠੰਡਾ ਸਵਾਗਤ ਠੀਕ ਸੀਗਾ, ਹੁਣ ਠੰਡਾ ਸਵਾਗਤ ਹੈ। ਨਹੀਂ, ਮੈਂ ਜ਼ੋਰ ਲਾਇਆ ਕਿ ਨਹੀਂ ਪੂਰਾ? ਹਾਂ, 3 ਵਾਰ ਠੰਡਾ ਸਵਾਗਤ ਹੈ, ਫੇਰ ਥੋੜੀ ਜੀ ਠੰਡ ਕਾਲਜੇ ਪੈਂਦੀ ਆ ਵੀ ਠੀਕ ਆ। ਅੱਛਾ, ਹੁਣ ਲੱਗਿਆ ਆਪਣਾ ਸਰਕਾਰ ਦੇ ਮਗਰ, ਖਹਿੜਾ ਤਾਂ ਨਹੀਂ ਛੱਡਦੇ। ਕਹਿੰਦੇ 70% 70 ਮਾਪਦੰਡ ਪੂਰੇ ਕੀਤੇ ਆ ਸਿੱਖਿਆ ਦੇ ਮਾਮਲੇ ਦੇ ਵਿੱਚ। ਅਸੀਂ ਪਹਿਲੇ ਨੰਬਰ ਤੇ ਆਏ ਆ, ਸਾਡੇ ਪੰਜਾਬ ਦੇ ਵਿੱਚ ਸਿੱਖਿਆ 1 ਨੰਬਰ ਤੇ। ਉਹਨਾਂ ਨੇ ਕਿਹਾ ਕਾਲਜੇ ਠੰਡ ਪੈ ਗਈ ਸਾਡੇ ਵੀ ਜਦੋਂ ਸਾਨੂੰ ਨੰਬਰ 1 ਕਹਿਤਾ। ਪਤਾ ਨਹੀਂ ਮਤਲਬ ਕਿੱਥੋਂ ਦੇ ਅੰਕੜੇ ਆਏ ਆ, ਕਿਵੇਂ ਮਤਲਬ ਕੌਣ ਇੱਥੇ ਆ ਕੇ ਮਤਲਬ ਸਾਰੇ ਦੌਰਾ ਕਰਕੇ ਗਿਆ, ਕੌਣ ਸਕੂਲ ਵੇਖ ਕੇ ਗਿਆ, ਬੰਦਾ ਮਿਲੇ ਨਾ ਕਿਤੇ, ਨਜ਼ਾਰਾ ਆ ਜੇ। ਜਵਾਕ ਕਹਿੰਦੇ ਜਦੋਂ ਸਕੂਲ ਜਾਈਦਾ, ਕਹਿੰਦੇ ਉੱਪਰੋਂ ਦੀ ਨਾ ਨਾਲੀ ਜੀ ਵਗਦੀ ਹੁੰਦੀ ਹੈ, ਪਾਣੀ ਵਹਿੰਦਾ ਹੁੰਦਾ ਵੀ, ਉਹ ਗੰਦਾ ਪਾਣੀ ਹੁੰਦਾ ਉਹ ਨਾਲਿਆਂ ਦਾ, ਉਹਦੇ ਵਿੱਚ ਬੈਠ ਕੇ ਮਤਲਬ ਜਿਹੜੇ ਬੱਚੇ ਨੇ ਉਹ ਪੜ੍ਹਾਈ ਕਰ ਰਹੇ ਨੇ। ਇਸ ਵੇਲੇ ਜਿਹੜੀਆਂ ਦੀਵਾਰਾਂ ਨੇ ਉਹ ਕਿਤੇ ਟੁੱਟੀਆਂ ਭੱਜੀਆਂ ਨਜ਼ਰ ਆਉਂਦੀਆਂ ਨੇ, ਕਿਤੇ ਸਕੂਲ ਦੇ ਵਿੱਚ ਕਦੇ ਪਾਣੀ ਨਹੀਂ ਆ ਰਿਹਾ ਹੁੰਦਾ, ਕਦੇ ਬਿਜਲੀ ਨਹੀਂ ਆ ਰਹੀ ਹੁੰਦੀ, ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ। ਅਗਲੇ ਕਹਿੰਦੇ ਫਿਰ ਸੜੋ ਨਾ, ਰੀਸ ਕਰੋ ਨਾ, ਸਾਡੇ ਵਾਂਗੂ ਕਰੋ, ਫਿਰ ਤੁਸੀਂ ਵੀ ਕਰਕੇ ਦਿਖਾਓ ਇਦਾਂ ਦੀਆਂ ਚੀਜ਼ਾਂ। ਸੂਰਮਿਆਂ ਤਾਂ ਸਾਡੇ ਵਾਂਗੂ ਕਰੋ ਜਿਹੜੀਆਂ ਭਾਈ ਪਿਛਲੇ ਮਤਲਬ ਘੱਟੋ ਘੱਟ 25-30 ਸਾਲ 35 ਸਾਲ ਪੁਰਾਣੇ ਸਕੂਲ ਨੇ ਨਾ, ਉਹਨਾਂ ਦੀਆਂ ਛੱਤਾਂ ਬਦਲਣ ਵਾਲੀਆਂ ਬਹੁਤ ਜ਼ਿਆਦਾ ਸਕੂਲ ਨੇ ਇਹ ਪੰਜਾਬ ਦੇ ਵਿੱਚ, ਜਿਨ੍ਹਾਂ ਦੀਆਂ ਛੱਤਾਂ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਘਰ ਦੇ ਵਿੱਚ ਇੱਟਾਂ ਬਾਲਿਆਂ ਵਾਲੀ ਜਦੋਂ ਛੱਤ ਹੁੰਦੀ ਨਾ, ਉਹਦੇ ਤੇ ਹਰ ਮੀਂਹ ਦੇ ਮੌਸਮ ਦੇ ਵਿੱਚ ਉਹਨਾਂ ਦੀਆਂ ਛੱਤਾਂ ਤੇ ਨਾ ਮਿੱਟੀ ਲਾਉਂਦੇ ਹੁੰਦੇ ਲੋਕ ਵੀ ਮੀਂਹ ਪੈਣੇ ਆ, ਸਾਡੀ ਛੱਤ ਕਮਜ਼ੋਰ ਨਾ ਹੋ ਜੇ, ਇਹ ਡਿੱਗ ਨਾ ਪਵੇ, ਕਿਸੇ ਦਾ ਕੋਈ ਨੁਕਸਾਨ ਨਾ ਹੋ ਜੇ, ਇਸ ਕਰਕੇ ਉਹਨੂੰ ਹਰ ਸਾਲ ਮਿੱਟੀ ਨਾਲ ਲਿਪਣਾ ਹੁੰਦਾ। ਹੁਣ ਇਹ ਸਕੂਲਾਂ ਦੀਆਂ ਛੱਤਾਂ ਕੌਣ ਲਿਪਦਾ ਹੈ, ਕਿਵੇਂ ਲਿਪਦਾ, ਇਹ ਤਾਂ ਰੱਬ ਆਸਰੀ ਆ। ਹੁਣ ਪਿਛਲੇ 20 ਤੋਂ 25 ਸਾਲ ਤੱਕ ਜਿਹੜੇ ਸਕੂਲ ਦੀ ਛੱਤ ਤੇ ਕਦੇ ਕੋਈ ਮਿੱਟੀ ਨਹੀਂ ਲੱਗੀ, ਔਰ ਸਾਰੇ ਸਕੂਲਾਂ ਦੀਆਂ ਛੱਤਾਂ ਆ ਲੈਂਟਰ ਨਹੀਂ ਪਏ ਹੋਏ, ਆ ਡਾਟਾਂ ਕੋਈ ਨਹੀਂ ਪਈਆਂ ਹੋਈਆਂ। ਬਹੁਤ ਸਕੂਲ ਨੇ ਜਿਹੜੇ ਸਿਰਫ ਬਾਲਿਆਂ ਤੇ ਬਣੇ ਹੋਏ ਨੇ, ਹਨਾ। ਉਹਨਾਂ ਸਕੂਲਾਂ ਦਾ ਕੀ ਹਾਲ ਹੋਊਗਾ? ਛੱਤਾਂ ਨਹੀਂ ਬਦਲਣੀਆਂ,
ਉਹ ਕੰਮ ਨਹੀਂ ਕਰਨਾ। ਪਰ ਬਾਹਰ ਦੀਆਂ ਜਿਹੜੀਆਂ ਦੀਵਾਰਾਂ ਨੇ ਉਹਨਾਂ ਤੇ ਅਸੀਂ ਰੰਗ ਬਰੰਗੇ ਉੱਪਰ ਸਲੋਗਨ ਲਿਖ ਦੇਣੇ ਆ, ਸਿੱਖਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਦਾ ਮੰਦਰ, ਇਹੋ ਜਿਹੀਆਂ ਚੀਜ਼ਾਂ ਲਿਖ ਦੇਣੀਆਂ। ਬੇਟੀ ਪੜਾਓ। ਹਾਂ, ਮਤਲਬ ਇਹ ਚੀਜ਼ਾਂ ਲਿਖ ਦੇਣੀਆਂ, ਰੰਗ ਬਰੰਗੇ, ਰੰਗ ਵੀ ਗੂੜੇ ਗੂੜੇ ਲਾਉਣੇ ਆ। ਅਸੀਂ ਬਾਹਰ ਰੰਗ ਮਾਰ ਦਿਆਂਗੇ, ਕੋਈ ਚੱਕਰ ਨਹੀਂ। ਜਿੱਥੇ ਟੀਚਰਾਂ ਦੀ ਘਾਟ ਹੈ, ਟੀਚਰਾਂ ਦੀ ਘਾਟ ਕੁਝ ਨਹੀਂ ਹੁੰਦਾ। ਸਕੂਲ ਦੂਰੋਂ ਸੋਹਣਾ ਲੱਗਣਾ ਚਾਹੀਦਾ, ਸਮਾਰਟ ਹੈ, ਬਿਲਕੁਲ ਬਾਹਰੋਂ ਸਮਾਰਟ ਹੈ। ਅੰਦਰ ਉਹਦੇ ਭਾਵੇਂ ਉਹ ਕਹਿੰਦੇ ਹੁੰਦੇ ਨਾ ਕਿ ਜੇ ਖੋਲ ਕੇ ਦੇਖੀਏ ਨਾ ਕਿ ਜਿਹੜੀ ਰੱਸੀਆਂ ਦੀ ਗੇਂਦ ਹੁੰਦੀ ਆ, ਜਦੋਂ ਉਹਨੂੰ ਖੋਲ ਕੇ ਦੇਖੋ ਤੇ ਅੰਦਰ ਲੀਰਾਂ ਹੀ ਨਿਕਲਦੀਆਂ ਹੁੰਦੀਆਂ, ਉੱਪਰੋਂ ਬੜੀ ਮੜੀ ਹੋਈ ਸੋਹਣੀ ਲੱਗਦੀ ਆ। ਅੱਜ ਕੱਲ ਸਕੂਲਾਂ ਦਾ ਹਾਲ ਇਹ ਹੈ। ਆਪਾਂ ਨਹੀਂ ਕਹਿੰਦੇ ਕਿ ਪੰਜਾਬ ਦੀ ਸਿੱਖਿਆ ਜਮਾਂ ਹੀ ਗਿਰੀ ਹੋਈ ਆ, ਪੰਜਾਬ ਦੀ ਸਿੱਖਿਆ ਜਮਾਂ ਹੀ ਗਈ ਹੋਈ ਆ, ਆਪਾਂ ਇਹ ਗੱਲ ਨਹੀਂ ਕਹਿੰਦੇ। ਪਰ ਕਦੇ ਉਹਦੇ ਵਾਸਤੇ ਨਾ ਮਤਲਬ ਕਦਮ ਨਹੀਂ ਚੁੱਕੇ ਗਏ, ਲੋੜੀਂਦੇ ਕਦਮ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਆ। ਬਹੁਤ ਸਾਰੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਆ, ਬੜੀ ਇਹ ਗੱਲ ਸਮਝਣ ਵਾਲੀ ਆ। ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਨੇ ਨਾ, ਉਹ ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਉਹ ਹੜਲਾਂ ਪਾਰ ਕਰਕੇ ਆਏ ਹੋਏ ਆ। ਪਹਿਲਾਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਆ, ਉਸ ਤੋਂ ਬਾਅਦ ਉਹਨਾਂ ਨੇ ਐਮਏ ਕੀਤੀ ਆ ਜਾਂ ਫਿਰ ਬੀਐਡ ਕੀਤੀ ਆ, ਫਿਰ ਉਹਨਾਂ ਨੇ ਟੈਟ ਦਾ ਪਾਸ ਟੈਸਟ ਦਿੱਤਾ, ਫਿਰ ਉਹ ਆ ਕੇ ਟੀਚਰ ਬਣੇ ਨੇ ਔਰ ਆ ਕੇ ਪ੍ਰਾਇਮਰੀ ਤੇ ਜਾਂ ਫਿਰ ਮਿਡਲ ਸਕੂਲ ਦੇ ਬੱਚਿਆਂ ਨੂੰ ਪੜਾਉਣ ਲੱਗੇ ਨੇ, ਕਿਉਂਕਿ ਉਹ ਖੁਦ ਪੜ੍ਹੇ ਹੋਏ ਆ। ਫਿਰ ਉਹਨਾਂ ਨੇ ਉਹ ਮਾਪਦੰਡ ਪੂਰੇ ਕੀਤੇ, ਫਿਰ ਬੱਚਿਆਂ ਨੂੰ ਪੜਾਉਣ ਲੱਗੇ ਨੇ। ਜਿਹੜੇ ਸਕੂਲਾਂ ਦੇ ਵਿੱਚ ਟੀਚਰ ਤਾਂ ਇਦਾਂ ਦੇ ਹੈਗੇ ਆ, ਟੀਚਰ ਡੈਡੀਕੇਟਡ ਹੈਗੇ ਆ, ਪਰ ਉੱਥੇ ਉਹਨਾਂ ਨੂੰ ਸਹਾਰਾ ਕਿਸੇ ਦਾ ਨਹੀਂ ਮਿਲਦਾ, ਬਿਲਕੁਲ ਕਿਸੇ ਨੂੰ ਕੋਈ ਆਸਰਾ ਹੀ ਨਹੀਂ ਮਿਲਦਾ। ਬਿਲਕੁਲ। ਤੇ ਬਹੁਤ ਜਗ੍ਹਾ ਇਦਾਂ ਦੇ ਨੇ ਜਿੱਥੇ ਕਿ ਸਹੂਲਤ ਫਿਰ ਵੀ ਮਾੜੀ ਮੋਟੀ ਮਿਲ ਜਾਂਦੀ ਹੈ, ਪਰ ਟੀਚਰ ਇਦਾਂ ਦੇ ਹੁੰਦੇ ਨੇ ਜਵਾਕਾਂ ਤੋਂ ਆਪਣੇ ਘਰਾਂ ਦੇ ਕੰਮ ਹੀ ਕਰਾਈ ਜਾਂਦੇ ਨੇ। ਸਿੱਖਿਆ ਦੇ ਕਹਿੰਦੇ ਉਹ ਜਿਹੜਾ ਅੰਕੜਾ ਨਾ ਉਹ 45-50 ਤੋਂ ਉੱਪਰ ਵਾਲਾ, ਇਹ ਹੋਣ ਵਾਲੇ ਜਿਹੜੇ ਟੀਚਰ ਨੇ ਨਾ, ਜਾਨੀ ਯੰਗ ਬਲੱਡ ਜਿਹਨੂੰ ਕਹਿ ਲੈਂਦੇ ਆਪਾਂ ਹਨਾ, ਜਿਹੜੇ ਹੁਣ ਭਰਤੀ ਹੋਏ ਨੇ, ਉਹਨਾਂ ਦੇ ਵਿੱਚ ਇੱਕ ਨਾ ਫਰੀਦਕੋਟ ਦੇ ਵਿੱਚ ਪਿੰਡ ਹੈ ਦੀਪ ਸਿੰਘ ਵਾਲਾ। ਦੀਪ ਸਿੰਘ ਵਾਲੇ ਦੇ ਵਿੱਚ ਇੱਕ ਟੀਚਰ ਹੈ, ਜਦੋਂ ਕੋਵਿਡ ਦਾ ਸਿਸਟਮ ਆਇਆ, ਟੀਚਰਾਂ ਨੇ ਸਕੂਲ ਆਉਣਾ ਵੀ ਸੀਗਾ, ਪਰ ਉਹਨਾਂ ਨੇ ਆਪਣੀ ਡਿਊਟੀ ਇਸ ਤਰ੍ਹਾਂ ਦੇ ਨਾਲ ਲਾਈ ਕਿ ਉਹਨਾਂ ਨੂੰ ਦੋ ਪਾਸਿਆਂ ਤੋਂ ਨਾ ਫੰਡ ਆਇਆ ਹੋਇਆ ਸੀ ਸਕੂਲ ਨੂੰ ਠੀਕ ਬਣਾਉਣ ਵਾਸਤੇ। ਜਾਨੀ ਕੁਝ ਕਮਰੇ ਨਵੇਂ ਪੈਣੇ ਸੀ, ਜਿਹੜੇ ਪੁਰਾਣੇ ਸੀ ਉਹਨਾਂ ਨੂੰ ਥੋੜਾ ਮਤਲਬ ਟੱਚ ਅਪ ਕਰਨਾ ਸੀਗਾ, ਉਹਨੂੰ ਠੀਕ ਬਣਾਉਣਾ ਸੀ। ਸਕੂਲਾਂ ਦੇ ਵਿੱਚ ਕੁਰਸੀਆਂ ਠੀਕ ਕਰਨੀਆਂ ਸੀ, ਬੈਂਚ ਠੀਕ ਕਰਨੇ ਸੀ, ਦਿਨ ਰਾਤ ਕੰਮ ਚੱਲਦਾ ਸੀ। ਤੇ ਉਹ ਟੀਚਰ ਦੀ ਜਿਹੜੀ ਧਰਮ ਪਤਨੀ ਸੀ, ਉਹ ਕਿਤੇ ਹੋਰ ਸ਼ਹਿਰ ਦੇ ਵਿੱਚ ਬੱਚਾ ਪੜ੍ਹਾਉਂਦੀ ਸੀ, ਉਹ ਉੱਥੇ ਰਹਿ ਰਹੀ ਸੀ। ਉਹਨੇ ਸਕੂਲ ਦੇ ਵਿੱਚ ਹੀ ਇੱਕ ਕਮਰੇ ਦੇ ਵਿੱਚ, ਜਿੱਥੇ ਆਪਾਂ ਰਸੋਈ ਕਹਿ ਦਿੰਦੇ ਆ ਜਾਂ ਬੱਚਿਆਂ ਦਾ ਸਮਾਨ ਬਣਦਾ, ਉੱਥੇ ਉਹਨੇ ਨਾ ਸਰਦੀਆਂ ਦੇ ਵਿੱਚ ਵੀ ਆਪਣਾ ਨਾ ਇੱਕ ਗੱਦਾ ਸੁੱਟਿਆ ਹੋਇਆ ਸੀ। ਨਾਲ ਹੀ ਉਹ ਜਿਹੜੇ ਲੇਬਰ ਵਾਲੇ ਬੰਦੇ ਪੈਂਦੇ ਸੀ ਉਹਨਾਂ ਦੇ ਪਏ ਸੀਗੇ, ਨਾਲ ਹੀ ਜਿਹੜਾ ਬੰਦਾ ਮਿਸਤਰੀ ਦਾ ਕੰਮ ਕਰਦਾ ਸੀ ਉਹਦਾ ਪਿਆ ਸੀ। ਉੱਥੇ ਹੀ ਇੱਕ ਸਿਲੰਡਰ ਜਿਹਾ ਰੱਖਿਆ ਹੋਇਆ, ਉੱਥੇ ਹੀ ਸਾਰਾ ਸਮਾਨ ਰੱਖਿਆ। ਉਸ ਟੀਚਰ ਨੇ ਦਿਨ ਰਾਤ ਮਿਹਨਤ ਕੀਤੀ ਆ। ਮੈਂ ਡੈਡੀਕੇਸ਼ਨ ਦੀ ਗੱਲ ਕਰ ਰਿਹਾ ਕਿ ਟੀਚਰਾਂ 'ਚ ਤਾਂ ਹੈ, ਸਰਕਾਰਾਂ 'ਚ ਹੋਵੇ ਘੱਟ ਹੋਵੇ ਆਪਾਂ ਨਹੀਂ ਕਹਿ ਸਕਦੇ। ਇਹ ਲੀਡਰਾਂ ਤੇ ਵੀ ਡਿਪੈਂਡ ਹੁੰਦਾ ਕਿ ਜਿਹੜੇ ਉੱਥੋਂ ਦੇ ਲੋਕਲ ਲੀਡਰ ਉਹਨਾਂ ਨੇ ਬੜਾ ਜ਼ੋਰ ਲਾਇਆ ਹੋਊਗਾ ਕਿ ਸਾਨੂੰ ਫੰਡ ਦਿਓ, ਅਸੀਂ ਕਰਵਾਉਣਾ। ਉਹ ਟੀਚਰ ਨੇ ਬਹੁਤ ਜ਼ਿਆਦਾ ਉੱਥੇ ਮਿਹਨਤ ਕੀਤੀ ਆ, ਔਰ ਉੱਥੇ ਬੱਚਿਆਂ ਦੀ ਆਮਦ ਕਿੰਨੀ ਕੁ ਹੋਈ ਹੈ ਨਹੀਂ ਹੋਈ ਇਹਦੇ ਆਪਣੇ ਕੋਲੇ ਫਿਲਹਾਲ ਅੰਕੜੇ ਨਹੀਂ ਹੈਗੇ, ਪਰ ਉਹ ਟੀਚਰ ਨੇ ਬਹੁਤ ਮਿਹਨਤ ਕੀਤੀ, ਦਿਨ ਰਾਤ ਉੱਥੇ ਰਿਹਾ, ਚਾਹੇ ਭਾਵੇਂ ਮੌਸਮ ਗਰਮੀ ਦਾ ਸੀ ਚਾਹੇ ਸਰਦੀ ਦਾ ਸੀ, ਇੱਕੋ ਕਮਰੇ ਦੇ ਵਿੱਚ ਉਸੇ ਲੇਬਰ ਦੇ ਨਾਲ, ਉਹਨਾਂ ਦੇ ਨਾਲ ਆਈ ਹੋਈ ਰੋਟੀ ਖਾਂਦਾ ਸੀ, ਉਹਨਾਂ ਦੇ ਨਾਲ ਆਈ ਹੋਈ ਚਾਹ ਪਾਣੀ ਪੀਂਦਾ ਸੀ। ਮਤਲਬ ਕਮਾਲ ਦੇ ਬੜੇ ਇਹੋ ਜਿਹੇ ਟੀਚਰ ਹੈਗੇ ਆ, ਪਰ ਸਰਕਾਰਾਂ ਉਹਨਾਂ ਵੱਲ ਵੀ ਨਹੀਂ ਧਿਆਨ ਦਿੰਦੀਆਂ ਤੇ ਬੱਚਿਆਂ ਵੱਲ ਵੀ ਧਿਆਨ ਨਹੀਂ ਦਿੰਦੀਆਂ। ਪਰ ਕਹਿੰਦੇ ਆ ਸਾਨੂੰ A ਗ੍ਰੇਡ ਮਿਲਿਆ, ਅਸੀਂ ਬਾਗੋ ਬਾਗ ਆ, ਅਸੀਂ 70 ਟ੍ਰਿਪਲ A ਮਿਲਿਆ। ਘੱਟ ਨਾ ਕਰੋ ਤੁਸੀਂ, ਹੈ ਜੀ, ਟ੍ਰਿਪਲ A 3 ਆ, ਆਹੋ 3 ਵਾਰੀ A, 3 ਵਾਰੀ A ਤੁਹਾਨੂੰ ਨਹੀਂ ਮਿਲਣੀ। ਅੱਛਾ, ਤੁਸੀਂ ਬੜੀ ਗੱਲਾਂ ਕਰੀ ਜਾਂਦੇ ਸੀਗੇ ਵੀ ਟੀਚਰਸ ਜਿਹੜੇ ਨੇ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਹੈਗੇ। ਟੀਚਰਸ ਵੱਲ ਪੂਰਾ ਧਿਆਨ ਦਿੰਦੀ ਹੈ ਸਰਕਾਰ। ਤੁਹਾਨੂੰ ਇਹ ਵਹਿਮ ਹੈ ਵੀ ਧਿਆਨ ਨਹੀਂ ਦਿੰਦੇ? ਜਦੋਂ ਕਿਤੇ ਇਹਨਾਂ ਦੇ ਘਰ ਮੂਰੇ ਬਹਿ ਜਾਂਦੇ ਨੇ ਜਾ ਕੇ, ਜਾਂ ਆਫਿਸ ਮੂਰੇ ਬਹਿ ਜਾਂਦੇ ਨੇ ਜਾ ਕੇ, ਅਗਲੇ ਡਾਂਗਾ ਲੈ ਭਜਾਉਂਦੇ ਨੇ ਉੱਥੋਂ ਦੀ। ਇੰਨਾ ਧਿਆਨ ਦਿੰਦੇ ਆ ਉਹਨਾਂ ਤੇ ਵੀ ਬਹਿ ਨਾ ਜਾਵੇ ਕੋਈ ਆ ਕੇ ਸਾਡੇ ਘਰ ਦੇ ਬਾਹਰ। ਪਟਿਆਲੇ ਦੇ ਵਿੱਚ ਸ਼ੀਸ਼ ਮਹਿਲ ਦੇ ਆਲੇ ਦੁਆਲੇ ਕੁਝ ਟੀਚਰ ਬਹਿ ਗਏ ਅੱਜ ਹੀ, ਨਾਲ ਲੈ ਕੇ ਗਏ ਇੱਕ ਤਬਲਾ, ਨਾਲ ਲੈ ਗਏ ਪੀਪਲੀਆਂ ਵਾਜੇ, ਨਾਲ ਉਹ ਤਬਲਾ ਖੜਕਾ ਕੇ ਨਾ ਸੁਰਾਂ ਦੇ ਵਿੱਚ ਨਾਰੇ ਲਾਉਂਦੇ ਸੀ, ਆਹ ਸਰਕਾਰ ਨੇ ਕੀਤਾ ਕੀ, ਹੇਰਾ ਫੇਰੀ 420, ਪੰਜਾਬ ਸਰਕਾਰ ਮੁਰਦਾਬਾਦ, ਨਾਲ ਤਬਲਾ ਚੱਲਦਾ ਸੀ। ਮਤਲਬ ਉੱਥੋਂ ਤੱਕ ਤਾਂ ਠੀਕ ਸੀਗਾ। ਫਿਰ ਉਹਨਾਂ ਨੇ ਪ੍ਰੋਗਰਾਮ ਸੀਗਾ ਕਿ ਅਸੀਂ ਸ਼ੀਸ਼ ਮਹਿਲ ਨੂੰ ਘੇਰਨਾ, ਮਤਲਬ ਪ੍ਰੋਟੈਸਟ ਦਾ ਇੱਕ ਹਿੱਸਾ ਹੁੰਦਾ, ਪ੍ਰਦਰਸ਼ਨ ਦਾ ਇੱਕ ਹਿੱਸਾ ਹੁੰਦਾ ਕਿ ਤੁਸੀਂ ਇਦਾਂ ਦਾ ਇੱਕ ਕਦਮ ਲੈ ਸਕਦੇ ਹੋ। ਤੇ ਸਰਕਾਰ ਪੰਜਾਬ ਪੁਲਿਸ ਪਹੁੰਚ ਗਈ ਬਹੁਤ ਵੱਡੀ ਗਿਣਤੀ ਦੇ ਵਿੱਚ, ਔਰ ਇਹਨਾਂ ਅਧਿਆਪਕਾਂ ਨੂੰ ਜਿਹੜਾ ਕੁੱਟਿਆ ਉਹਨਾਂ ਨੇ, ਭਜਾ ਕੇ ਕੁੱਟਿਆ, ਘੜੀਸ ਕੇ ਕੁੱਟਿਆ, ਘੜੀਸ ਕੇ ਉਹਨਾਂ ਨੂੰ ਗੱਡੀਆਂ 'ਚ ਸੁੱਟਿਆ। ਮਤਲਬ ਤਪਦੀ ਧਰਤੀ ਤੇ ਉਹ ਪਹਿਲਾਂ ਤਾਂ ਪ੍ਰਦਰਸ਼ਨ ਕਰਨ ਬੈਠੇ, ਫਿਰ ਉਹਨਾਂ ਨੂੰ ਉਸੇ ਧਰਤੀ ਤੇ ਘੜੀਸਿਆ ਗਿਆ। ਕਿਹੜੇ ਅਧਿਆਪਕਾਂ ਦੀ ਗੱਲ ਕਰ ਰਹੇ ਆਪਾਂ? ਉਹੀ ਅਧਿਆਪਕ ਜਿਹੜੇ ਹੜਲਾਂ ਪਾਸ ਕਰਕੇ ਗਏ ਆ। ਬਿਲਕੁਲ, ਇਹ ਉਹ ਅਧਿਆਪਕ ਨਹੀਂ ਜਿਹੜੇ ਨਿੱਜੀ ਸਕੂਲਾਂ ਦੇ ਵਿੱਚ, ਜਾਨੀ ਕੁਝ ਚੁਣਿੰਦਾ ਨਿੱਜੀ ਸਕੂਲਾਂ ਦੇ ਵਿੱਚ
12ਵੀਂ ਤੋਂ ਬਾਅਦ ਜਾ ਕੇ ਉਹਨਾਂ ਨੂੰ ਕਹਿ ਦਿੰਦੇ ਆ ਕਿ ਕਿੰਨੀ ਤਨਖਾਹ ਲਾਓਗੇ, ਉਹ ਕਹਿੰਦੇ ਆ ਜੀ 10,000 ਦੇ ਦਿਓ, ਕਹਿੰਦੇ ਨਾ 5 ਦੇਵਾਂਗੇ, ਚੱਲ ਕਹਿੰਦੇ ਕੋਈ ਨਾ 5 ਹੀ ਦੇ ਦਿਓ। ਉਹ ਨਹੀਂ ਹੁੰਦੇ, ਇਹ ਆਪ ਪੜ੍ਹੇ ਨੇ ਜੀ, ਇਹਨਾਂ ਨੇ ਸਾਰੇ ਮਾਪਦੰਡ ਪੂਰੇ ਕੀਤੇ ਆ, ਫਿਰ ਇਹ ਮਤਲਬ ਉਸ ਲੈਵਲ ਤੇ ਆ ਕਿ ਹੁਣ ਇਹ ਬੱਚਿਆਂ ਦੇ ਟੀਚਰ ਜਾਂ ਉਹਨਾਂ ਦੇ ਅਧਿਆਪਕ ਬਣ ਸਕਦੇ ਆ। ਉਹਨਾਂ ਅਧਿਆਪਕਾਂ ਨੂੰ ਘੜੀਸ ਕੇ ਕੁੱਟਿਆ ਗਿਆ, ਉਹ ਵੀ ਉਸੇ ਮੁੱਖ ਮੰਤਰੀ ਦੇ ਘਰ ਦੇ ਬਾਹਰ, ਜਿਹੜੇ ਮੁੱਖ ਮੰਤਰੀ ਦੇ ਅੱਜ ਮੰਤਰੀ, ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਆਪ ਕਹਿ ਰਿਹਾ ਕਿ 3 ਏਆਂ ਮਿਲੀਆਂ, ਤੇ ਜੇ ਕਿਤੇ ਇਸ ਮਾਮਲੇ ਦੇ ਵਿੱਚ ਏਆਂ ਦੇਣੀਆਂ ਹੋਣ, ਮੈਨੂੰ ਲੱਗਦਾ 100-200 ਏ ਦੇਣੀ ਪਊਗੀ, ਮਗਰ ਪਲੱਸ ਲਿਖਣਾ ਪਊਗਾ ਕਿ ਤੁਹਾਡੇ ਆ ਵੀ ਕੰਮ ਜਿਹੜੇ ਨੇ ਸਿਰੇ ਦੇ ਆ। ਬਿਲਕੁਲ, ਮੈਨੂੰ ਕਈ ਵਾਰ ਨਾ ਇਉਂ ਲੱਗਦਾ ਹੁੰਦਾ ਵੀ ਸਰਕਾਰਾਂ ਇੰਨਾ ਕੁ ਕੁਝ ਇਸ ਵੇਲੇ ਗੜਬੜ ਕਰ ਚੁੱਕੀਆਂ ਨੇ ਸਿਸਟਮ ਦੇ ਵਿੱਚ ਕਿ ਉਹਨਾਂ ਨੂੰ ਹੁਣ ਖੁਦ ਸੌਖਾ ਮਤਲਬ ਔਖਾ ਹੋ ਚੁੱਕਾ, ਇੰਨਾ ਕੁ ਔਖਾ ਹੋ ਚੁੱਕਿਆ ਸਾਹਮਣਾ ਵੀ ਉਹਨਾਂ ਕੋਲ ਡੰਡੇ ਤੋਂ ਸਿਵਾ ਹੋਰ ਕੁਝ ਬਚਿਆ ਨਹੀਂ ਹੈਗਾ, ਕਿਉਂਕਿ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਜੇ ਹੱਲ ਕਰਨ ਨੂੰ ਜਾਣਗੇ ਤਾਂ ਇਹਨਾਂ ਤੋਂ ਹੱਲ ਨਹੀਂ ਹੁੰਦੇ ਹੈਗੇ, ਕਿਉਂਕਿ ਉੱਪਰ ਥੱਲੇ ਸਾਰੇ ਪਾਸੇ ਜਵਾਬ ਦੇਣੇ ਹੁੰਦੇ ਨੇ, ਜਿਹੜਾ ਕੁਝ ਆਰਡਰ ਹੋ ਜਾਂਦਾ ਇਹਨਾਂ ਨੂੰ ਉਹ ਕਰਨਾ ਪੈਂਦਾ। ਪਰ ਗੱਲ ਇੰਨੀ ਕੁ ਸਮਝ ਦੇ ਵਿੱਚ ਆਉਂਦੀ ਹੈ ਇਸ ਟਾਈਮ ਦੇ ਉੱਤੇ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਸੂਬੇ ਦੀ ਸਰਕਾਰ ਹੋਵੇ, ਇਹਨਾਂ ਦੇ ਹੱਥ ਦੇ ਵਿੱਚ ਇੱਕ ਲਾਠੀ ਤੇ ਇੱਕ ਡੰਡਾ ਰਹਿ ਗਿਆ, ਲੋਕਾਂ ਨੂੰ ਘੜੀਸ ਕੇ ਕੁੱਟਣਾ ਰਹਿ ਗਿਆ। ਇਸ ਤੋਂ ਇਲਾਵਾ ਕੋਈ ਮਸਲੇ ਦਾ ਹੱਲ ਕਰਨ ਵਾਸਤੇ ਇਹਨਾਂ ਕੋਲ ਕੋਈ ਹੋਰ ਆਪਸ਼ਨ ਨਹੀਂ ਹੈਗੀ। ਇਹੀ ਕਰਨਾ ਜਾਣਦੇ ਨੇ ਬਸ। ਹੁਣ ਇਹਨਾਂ ਨੂੰ ਇੰਨੀ ਕੀ ਸਿੱਖਿਆ ਦਿੱਤੀ ਗਈ ਹੈ ਵੀ ਜੇ ਕੋਈ ਤੁਹਾਡਾ ਮੁਕਾਬਲਾ ਕਰਨ ਆਉਂਦਾ ਜਾਂ ਜੇ ਕੋਈ ਤੁਹਾਡੇ ਵਿਰੋਧ ਕਰਨ ਆਉਂਦਾ ਤਾਂ ਉਹਨਾਂ ਨੂੰ ਘੜੀਸਣਾ ਸ਼ੁਰੂ ਕਰ ਦਿਓ, ਮਾਰਨਾ ਕੁੱਟਣਾ ਸ਼ੁਰੂ ਕਰ ਦਿਓ, ਆਵਾਜ਼ ਦਬਾ ਦਿਓ ਅਗਲੇ ਦੀ। ਦਿੱਲੀ ਵਾਲੀ ਸਰਕਾਰ ਬੜੇ ਚਿਰ ਦੀ ਕਹਿੰਦੀ ਹੈ ਕਿ ਅਸੀਂ ਸਿੱਖਿਆ ਨੂੰ ਬੜੇ ਚੰਗੇ ਮਿਆਰ ਤੇ ਲੈ ਗਏ, ਉੱਚ ਪੱਧਰੀ ਸਿੱਖਿਆ ਸਾਡੀ ਆ। ਉਹ ਕਹਿੰਦੇ ਵੀ ਮਤਲਬ ਅਮਰੀਕਾ ਦੀ ਫਸਟ ਲੇਡੀ ਜਿਹਨੂੰ ਬੋਲਦੇ ਆ, ਉਹ ਪਹਿਲਾਂ ਤਾਜ ਮਹਿਲ 'ਚ ਗਈ ਆ ਜੀ, ਉਹਨੇ ਉਹਨੂੰ ਬਹੁਤ ਸੋਹਣਾ ਦੱਸਿਆ। ਫਿਰ ਉਸ ਤੋਂ ਬਾਅਦ ਉਹ ਦਿੱਲੀ ਦੇ ਸਕੂਲਾਂ ਦੇ ਵਿੱਚ ਗਈ, ਉਹਨੇ ਉਹਨਾਂ ਨੂੰ ਉਹ ਤੋਂ ਵੀ ਸੋਹਣਾ ਦੱਸਿਆ। ਉਹ ਜਾਣ ਦੋ ਤੁਸੀਂ 6ਵਾਂ ਨੰਬਰ ਮਿਲੇ, ਪਤਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਦਿੱਲੀ ਵਾਲੇ ਬੜਾ ਰੌਲਾ ਪਾਉਂਦੇ ਹੁੰਦੇ ਆ ਵੀ ਸਾਡੀ ਸਿੱਖਿਆ ਸਭ ਤੋਂ ਉੱਪਰ ਆ, ਸਾਡੀ ਸਿੱਖਿਆ ਸਭ ਤੋਂ ਉੱਪਰ ਆ। ਆਹ ਵੇਖ ਲਓ, ਆਹ ਏ ਗ੍ਰੇਡ ਤਾਂ ਪੰਜਾਬ ਵਾਲਿਆਂ ਨੂੰ ਮਿਲ ਗਿਆ। ਮਤਲਬ ਤੁਹਾਡੀ ਕਾਹਦੀ ਸਿੱਖਿਆ ਬਈ? ਮਤਲਬ ਤੁਸੀਂ ਕੀ ਇਹੋ ਜਿਹਾ ਕਰਦੇ ਰਹੇ ਹੋ? ਜੇ ਕਿਤੇ ਪਹਿਲੇ ਨੰਬਰ ਤੇ ਆਉਣਾ, ਛੱਤਾਂ ਕਰ ਦਿਓ ਨੀਵੀਆਂ, ਬਾਹਰਲੇ ਪਾਸੋਂ ਵਿਹੜੇ ਦਿਓ ਪੱਟ, ਸਕੂਲਾਂ ਦੇ ਮਿੱਟੀ ਪੱਟ ਦਿਓ, ਜਦੋਂ ਮੀਂਹ ਪਵੇ ਨਾ ਤੇ ਦਲਦਲ ਜੀ ਉੱਠੇ ਉੱਥੇ ਐਂ ਕਰਕੇ ਨਾ ਪੂਰੀ ਸਾਰਾ ਚਿੱਕੜ ਜਾ ਵੱਜਾ ਹੋਵੇ, ਚੀਲਾ ਜਾ, ਫਿਰ ਉਹਦੇ ਵਿੱਚ ਬੱਚੇ ਬੈਠੇ ਹੁਣ ਛੋਟੇ ਛੋਟੇ, ਇਹ ਭਾਈ ਇਹੋ ਜਿਹਾ ਕੁਝ ਕਰੋਗੇ, ਬਾਹਰ ਦੀਆਂ ਕੰਧਾਂ ਕੁੰਧਾਂ ਸਿੱਟੋਗੇ, ਆ ਸ਼ੀਸ਼ਿਆਂ ਨਾਲ ਕੰਮ ਨਹੀਂ ਬਣਨਾ। ਇਹ ਜੇਕਰ ਬਾਹਰਲੀਆਂ ਕੰਧਾਂ ਟੁੱਟੀਆਂ ਹੋਣਗੀਆਂ, ਜਿੱਥੇ 4 ਅਧਿਆਪਕਾਂ ਦੀ ਲੋੜ ਹੈ ਅਧਿਆਪਕ 2 ਰੱਖੋ, ਵੇਖੋ ਕਿਵੇਂ 3 ਏ ਦੀਆਂ ਪਲੱਸ ਗ੍ਰੇਡ ਮਿਲਦੇ ਆ। ਬਿਲਕੁਲ, ਜਿਹੜੇ ਅਧਿਆਪਕ ਨਾਲੇ ਜਿਨ੍ਹਾਂ ਨੂੰ ਪੂਰਾ ਜਿਹੜਾ ਉਹਨਾਂ ਦਾ ਲੰਘ ਜਾਂਦੀ ਹੈ ਕਾਰਜਕ੍ਰਮ ਦਾ, ਉਹ ਸਾਰੇ ਛੁੱਟੀਆਂ 'ਚ ਹੀ ਲੰਘਾ ਹੋ ਜਾਂਦੀਆਂ ਉਹਨਾਂ ਦੀਆਂ, ਤੇ ਇਹੋ ਜਿਹੇ ਵੀ ਅਧਿਆਪਕ ਰੱਖੋ ਥੋੜੇ ਜਿਹੇ, ਉਹਨਾਂ ਨੂੰ ਫ੍ਰੀ ਦੀਆਂ ਫਿਰ ਉਹ ਵੀ ਦਿਆ ਕਰੋ। ਆਉਣੇ ਚਾਹੀਦੇ। ਜਿਹੜਾ ਤੁਹਾਡਾ ਸਕੂਲ ਜਮਾਂ ਹੀ ਟੁੱਟਿਆ ਹੋਇਆ, ਤੁਹਾਨੂੰ ਲੱਗਦਾ ਵੀ ਆ ਤਾਂ ਗਿਆ ਕੰਮੋਂ, ਇਹਨੂੰ ਤਾਂ ਢਾ ਕੇ ਨਵਾਂ ਬਣਾਈਏ, ਨਾ ਢਾਉਣਾ ਨਹੀਂ, ਉਹਦੇ ਬਾਹਰ ਰੰਗ ਕਰ ਦਿਓ। ਯਹੀਂ पे आप गलत हैं, ये नहीं करना है, ਉਹਨੇ ਤੋੜਨਾ ਹੈ। ਇਸੇ ਕਰਕੇ ਤਾਂ ਇਹ ਪਲੱਸ ਨਹੀਂ ਆਉਂਦਾ। ਤੁਹਾਨੂੰ ਅਸੀਂ ਦੱਸ ਰਹੇ ਹਾਂ ਤਰੀਕੇ, ਸੁਣੀ ਚੱਲਿਓ। ਉਹਨੂੰ ਬਾਹਰ ਰੰਗ ਕਰ ਦੇਣਾ, ਉੱਤੇ ਮਤਲਬ ਬੱਚਿਆਂ ਨੂੰ ਮੋਟੀਵੇਸ਼ਨ ਦੇ ਲਈ ਤੁਸੀਂ ਹਿੰਦੀ ਦੇ ਵਿੱਚ ਕੈ ਖੈ ਗੈ ਲਿਖ ਸਕਦੇ ਹੋ, ਤੇ ਪੰਜਾਬੀ ਦੇ ਵਿੱਚ ਊੜਾ ਐੜਾ ਵੀ ਲਿਖ ਸਕਦੇ ਹੋ, ਅੰਗਰੇਜ਼ੀ ABC ਵੀ ਲਿਖ ਸਕਦੇ ਹੋ ਕੰਧਾਂ ਤੇ। ਫਿਰ ਤੁਸੀਂ ਕਈ ਸਲੋਗਨ ਨੇ ਜਿਹੜੇ ਸਿੱਖਿਆ ਦੇ ਵਿੱਚ ਵਰਤੇ ਜਾਂਦੇ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਉਹੋ ਜਿਹੇ ਸਲੋਗਨ ਜਿਹੜੇ ਆ ਤੁਸੀਂ ਉਹ ਕੰਧਾਂ ਤੇ ਲਿਖ ਦਿਓ, A+ ਆਊਗਾ। ਲਿਖਣਾ ਹੈ ਬਸ, ਹਮਾਰੀ ਸਿੱਖਿਆ ਹਮਾਰਾ ਅਧਿਕਾਰ, ਅਧਿਕਾਰ ਤੁਹਾਨੂੰ ਮਿਲਣਾ ਨਹੀਂ ਹੈਗਾ, ਇਹ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ। ਇਹ ਦਿੱਲੀ ਵਾਲਿਆਂ ਨੂੰ ਇਹ ਨਾ ਗੱਲਾਂ ਕਿਸੇ ਨੇ ਸਮਝਾਈਆਂ ਨਹੀਂ ਹੈਗੀਆਂ। ਅਸਲ ਦੇ ਵਿੱਚ ਇਹ ਜਿਹੜੇ ਨੀਤੀ ਘਾੜੇ ਨੇ ਜਾਂ ਇਦਾਂ ਦੇ ਸਮਝਦਾਰ ਲੋਕ ਨੇ ਨਾ, ਇਹ ਸਿਰਫ ਤੇ ਸਿਰਫ ਕੌੜਾ ਸਾਹਿਬ ਪੰਜਾਬ ਸਰਕਾਰ ਚ ਹੈ, ਬਾਕੀ ਹੋਰ ਕਿਸੇ ਸਰਕਾਰ ਚ ਹੈ ਹੀ ਨਹੀਂ। ਬਿਲਕੁਲ ਸਹੀ। ਸੰਗਰੂਰ ਸਾਹਿਬ ਬੜਾ ਰੋਲਾ ਪਾ ਰਹੇ ਸੀਗੇ ਤੁਸੀਂ ਵੀ ਆਹ ਵਿਧਾਇਕਾਂ ਦੇ ਬੱਚਿਆਂ ਨੂੰ ਜਿਹੜੀਆਂ ਤੁਸੀਂ ਦੇਤੀਆਂ ਸੀਟਾਂ ਸੂਟਾਂ ਦੇਤੀਆਂ, ਪੋਸਟਾਂ ਦੇਤੀਆਂ, ਇਹ ਸਹੀ ਚੀਜ਼ਾਂ ਨਹੀਂ ਕੀਤੀਆਂ ਹੈਗੀਆਂ, ਇਹ ਬੜਾ ਇਸ ਚੀਜ਼ ਦਾ ਵਿਰੋਧ ਹੋਣਾ ਚਾਹੀਦਾ, ਇਹ ਚੰਗਾ ਨਹੀਂ ਹੈਗਾ। ਇਹ ਤੁਸੀਂ ਕਾਫੀ ਚਿਰ ਦਾ ਮਤਲਬ ਤੁਸੀਂ ਰੋਲਾ ਪਾ ਰਹੇ ਸੀਗੇ, ਕੁਝ ਕੁ ਲੋਕ ਸਾਡੇ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਵੀ ਰੋਲਾ ਪਾ ਰਹੀਆਂ। ਗਲਤ ਕਹਿ ਰਹੇ ਹੋ, ਮੈਂ ਸਾਡੀ ਸਰਕਾਰ ਨੂੰ ਮਾੜਾ ਕਹਿੰਦਾ ਹੀ ਨਹੀਂ, ਜੋ ਕਰਦੇ ਨੇ ਬੜਾ ਸੋਚ ਸਮਝ ਕੇ ਕਰਦੇ ਆ, ਬੜੀ ਘੈਂਟ ਸਰਕਾਰ ਆ। ਓਹੋ, ਚਲੋ ਇਹ ਘੈਂਟ ਸਰਕਾਰ ਜਿਹੜੀ ਹੈ, ਇਹਦੇ ਵਿੱਚ ਫਿਰ ਜਿਹੜੇ ਟੀਟੂ ਬਾਣੀਆਂ ਉਹਨੇ ਫਿਰ ਮਠਾਈ ਵੰਡੀ ਹੈ, ਲੱਡੂ ਵੰਡੇ ਨੇ, ਤੁਹਾਡੇ ਇਸ ਡਿਸੀਜਨ ਦਾ ਸਵਾਗਤ ਕੀਤਾ ਉਹਨਾਂ ਨੇ, ਕਹਿੰਦੇ ਬਹੁਤ ਕਰਨਾ ਬਣਦਾ ਬਈ। ਮਤਲਬ ਕੋਈ ਕਰ ਸਕਦਾ ਇਹ, ਅੱਜ ਤੱਕ ਕਿਸੇ ਨੇ ਕਰਕੇ ਦਿਖਾਇਆ ਵੀ ਤਰਸ ਦੇ ਆਧਾਰ ਤੇ ਕਿਸੇ ਵਿਧਾਇਕ ਦੇ ਮੁੰਡੇ ਨੂੰ ਜਾਂ ਫਿਰ ਉਹਦੇ ਰਿਸ਼ਤੇਦਾਰ ਨੂੰ ਨੌਕਰੀ ਦਿੱਤੀ ਹੋਵੇ? ਨਹੀਂ, ਮੈਨੂੰ ਨਾ ਮੈਂ ਪਹਿਲਾਂ ਵੀ ਤੁਹਾਨੂੰ ਪੁੱਛਿਆ ਸੀਗਾ ਪਿਛਲੇ ਐਪੀਸੋਡ ਦੇ ਵਿੱਚ ਜਦੋਂ ਆਪਾਂ ਇਹਦੀ ਗੱਲ ਕਰ ਰਹੇ ਸੀਗੇ, ਆ ਤਰਸ ਦਾ ਆਧਾਰ ਹੁੰਦਾ ਕੀ ਹੈ? ਇਹ ਤਰਸ ਦੇ ਆਧਾਰ ਦੀ ਡੈਫੀਨੇਸ਼ਨ ਸਿਰਫ ਸਾਨੂੰ ਹੀ ਪਤਾ ਹੈ ਕਿ ਉਹਨਾਂ ਨੂੰ ਵੀ ਪਤਾ? ਮੈਂ ਕਹਿੰਦਾ ਤਰਸ ਦਾ ਆਧਾਰ ਡੈਫੀਨੇਸ਼ਨ ਸਿਰਫ ਤੇ ਸਿਰਫ ਸਾਡੀ ਹੋਣ ਵਾਲੀ ਸਰਕਾਰ ਨੂੰ ਹੀ ਪਤਾ ਹੈ। ਇਦੋਂ ਬਾਅਦ 100 ਸਰਕਾਰਾਂ ਆਈ ਜਾਣ, 100 ਪਹਿਲਾਂ ਚਲੀਆਂ ਗਈਆਂ, ਉਹਨਾਂ ਨੂੰ ਤਰਸ ਦਾ ਆਧਾਰ ਹੀ ਨਹੀਂ ਪਤਾ ਵੀ ਕੀ ਹੁੰਦਾ। ਇਹਨਾਂ ਨੂੰ ਪਤਾ ਸੀ ਇਹ ਨੌਕਰੀਆਂ ਦੇ ਰਹੇ ਆ, ਜੇ ਨੌਕਰੀਆਂ ਦੇ ਰਹੇ ਆ ਫਿਰ ਤੁਸੀਂ ਰੌਲਾ ਕਿਉਂ ਪਾ ਰਹੇ ਹੋ? ਹੁਣ ਟੀਟੂ ਬਾਣੀਆਂ ਨੇ ਵੀ ਤਾਂ ਇਹੀ ਕਿਹਾ, ਉਹਨੇ ਲੱਡੂ ਵੰਡੇ ਨੇ ਆਪਦੇ ਸ਼ਹਿਰ ਦੇ ਵਿੱਚ, ਕਹਿੰਦਾ ਮੈਨੂੰ ਬੜਾ ਚਾਅ ਚੜਿਆ, ਬੜੀ ਖੁਸ਼ੀ ਆ
ਕਿ ਤੁਸੀਂ ਭਾਈ ਤਰਸ ਦੇ ਆਧਾਰ ਤੇ ਆਪਣੇ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇ ਰਹੇ ਹੋ, ਇੱਕ ਨੂੰ ਡੀਐਸਪੀ ਲਾ ਰਹੇ ਹੋ, ਇੱਕ ਨੂੰ ਤਹਿਸੀਲਦਾਰ ਲਾ ਰਹੇ ਹੋ। ਇਸ ਤੋਂ ਪਹਿਲਾਂ ਵੀ ਇੱਕ ਡੀਐਸਪੀ ਤੁਸੀਂ ਇਸੇ ਤਰ੍ਹਾਂ ਤਰਸ ਦੇ ਆਧਾਰ ਤੇ ਲਾ ਚੁੱਕੇ ਹੋ। ਵਿਚਾਰਿਆਂ ਦੇ ਘਰੇ ਰੋਟੀ ਨਹੀਂ ਪੱਕਦੀ ਸੀਗੀ, ਉਹਨਾਂ ਦੇ ਘਰੇ ਉਹਨਾਂ ਨੂੰ ਆਉਣ ਜਾਣ ਦੇ ਵਾਸਤੇ ਸਾਧਨ ਨਹੀਂ ਕੋਈ ਹੈਗਾ ਸੀ। ਚਲ ਵਿਚਾਰੇ ਕੋਈ ਮਰਸਡੀ ਲੈ ਲੈਣਗੇ ਇਸ ਤੋਂ ਬਾਅਦ ਉਹਨਾਂ ਦੇ ਘਰੇ, ਚੱਲ ਕੋਈ ਨਾ ਉਹਨਾਂ ਦੇ ਰੋਟੀ ਰਾਟੀ ਪਕਾਉਣ ਵਾਲਾ ਕੋਈ ਨਹੀਂ, ਕੋਈ ਇਹੋ ਜਿਹਾ ਹੋਣਾ, ਕੋਈ 5-7 ਨੌਕਰ ਰੱਖ ਲੈਣਗੇ। ਘਰ ਦੇ ਵਿੱਚ ਮਤਲਬ ਬਹੁਤੀਆਂ ਸਹੂਲਤਾਂ ਨਹੀਂ ਸੀ, ਹੁਣ ਚੱਲ ਸਾਰੇ ਕਮਰਿਆਂ ਦੇ ਵਿੱਚ ਏਸੀ ਉਸੀ ਲੱਗ ਜਾਣਗੇ। ਇਹ ਮਤਲਬ ਜੇ ਅਸੀਂ ਇੰਨਾ ਕੁ ਲੋਕਾਂ ਨੂੰ ਕਰਨ ਦੇ ਦਿੰਨੇ ਆ, ਮਤਲਬ ਤਕਲੀਫ ਕਿਉਂ ਹੁੰਦੀ ਆ? ਲੋਕ ਉਹੀ ਰੌਲਾ ਪਾਉਂਦੇ ਨੇ। ਅੱਜ ਤੱਕ ਕਿਸੇ ਨੇ ਵੀ ਇਹੋ ਜਿਹਾ ਨਹੀਂ ਕੀਤਾ। ਇੱਕ ਸਿਰਫ ਕਰ ਸਕਦੀ ਹੈ, ਸਿਰਫ ਸਾਡੀ ਸਰਕਾਰ ਕਰ ਸਕਦੀ ਹੈ। ਤਾਂ ਇਸ ਕਰਕੇ ਜੇ ਟੀਟੂ ਬਾਣੀਆਂ ਨੇ ਲੱਡੂ ਵੰਡੇ ਨੇ ਨਾ, ਤੇ ਲੱਡੂ ਤੁਹਾਨੂੰ ਵੀ ਵੰਡਣੇ ਚਾਹੀਦੇ ਆ। ਸਵਾਲ ਨਾ ਖੜੇ ਕਰਿਆ ਕਰੋ। ਨਹੀਂ, ਮੈਨੂੰ ਇਹ ਚੀਜ਼ ਸਮਝ 'ਚ ਨਹੀਂ ਆਉਂਦੀ ਵੀ ਜਿਹੜੇ ਲੋਕਾਂ ਦੇ ਘਰੇ ਚੁੱਲ੍ਹੇ ਦੇ ਉੱਤੇ ਰੋਟੀ ਨਹੀਂ ਪੱਕ ਰਹੀ ਹੁੰਦੀ, ਉਹ ਤਾਂ ਤੁਹਾਨੂੰ ਐ ਲੱਗਦਾ ਵੀ ਇਹ 5 ਸਟਾਰ ਕਿਚਨ ਵਰਗਾ, ਉਹ ਬੜਾ ਸੋਹਣਾ ਲੱਗਦਾ। ਤੁਹਾਨੂੰ ਲੱਗਦਾ ਸਾਡਾ ਸੱਭਿਆਚਾਰ ਹੈ, ਚੁੱਲ੍ਹੇ ਦੇ ਉੱਤੇ ਰੋਟੀ ਪੱਕਦੀ ਹੋਵੇ, ਸਰੋਂ ਦਾ ਸਾਗ ਬਣਦਾ ਹੋਵੇ, ਬਹੁਤ ਸੋਹਣਾ ਲੱਗਦਾ ਹੁੰਦਾ ਤੁਹਾਨੂੰ ਉਦੋਂ। ਜਦੋਂ ਕਿਸੇ ਦੇ ਘਰੇ ਪੱਖਾ ਨਾ ਚੱਲਦਾ ਹੋਵੇ, ਏਸੀ ਨਾ ਚੱਲਦਾ ਹੋਵੇ, ਉਦੋਂ ਤੁਹਾਨੂੰ ਲੱਗਦਾ ਵੀ ਬ੍ਰਹਮਾਂਡ ਦੇ ਵਿੱਚ ਹਵਾ ਬਹੁਤ ਹੈ, ਉਹ ਬਾਹਰ ਆ ਕੇ ਹਵਾ ਵੀ ਲੈ ਲੈਣੀ ਚਾਹੀਦੀ ਹੈ। ਤੁਹਾਡੇ ਆਪਦੇ ਜਿਹੜੇ ਨਾਲ ਲੱਗਦੇ ਨੇ ਉਹ ਬੋਲਦੇ ਰਹਿੰਦੇ ਨੇ ਇਹੋ ਜਿਹੀਆਂ ਚੀਜ਼ਾਂ ਵੀ। ਪਰ ਜਦੋਂ ਫਿਰ ਆ ਵਿਧਾਇਕਾਂ ਦੀ ਵਾਰੀ ਆਉਂਦੀ ਹੈ, ਉਦੋਂ ਤੁਹਾਨੂੰ ਅਗਲਿਆਂ ਦੇ ਘਰੇ ਭਾਵੇਂ 5-6 ਏਸੀ ਲੱਗੇ ਹੋਣ, ਭਾਵੇਂ ਦੀ ਉਹਨਾਂ ਘਰੇ 5 ਸਟਾਰ ਜਿਹੜੇ ਕਿਚਨ ਬਣੇ ਹੋਣ, ਉਦੋਂ ਤੁਹਾਨੂੰ ਲੱਗਦਾ ਵੀ ਨਾ ਜੀ ਨਾ, ਆਹ ਕਿੱਥੇ ਗੱਲ ਨਹੀਂ ਬਣੀ। ਦੇਖੋ, ਤਰਸ ਦੇ ਆਧਾਰ ਤੇ ਦਿੱਤੀ ਨੌਕਰੀ ਦੇ ਵਿੱਚ ਇਹ ਸਾਰਾ ਕੁਝ ਜਾਇਜ਼ ਹੁੰਦਾ। ਅੱਛਾ। ਤੇ ਵੈਸੇ ਨਹੀਂ ਹੁੰਦਾ। ਅੱਛਾ, ਲੋਕਾਂ ਨੂੰ ਤਾਂ ਜਦੋਂ ਤੁਸੀਂ ਸਕੀਮਾਂ ਦੇਣੀਆਂ ਹੁੰਦੀਆਂ ਨੇ, ਜਦ ਤੁਸੀਂ ਕਹਿੰਦੇ ਹੋ जिसके पास एक गाड़ी होगी या जिसके पास व्हीकल होगा वो इस स्कीम में नहीं आएगा, जिसके पास नौकरी है 8,000 तक कमा रहा है उसको हम नौकरी नहीं देंगे। ਬਈ ਉਹ ਤਰਸ ਦੇ ਆਧਾਰ ਦੇ ਕ੍ਰਾਈਟੇਰੀਆ ਦੇ ਵਿੱਚ ਨਹੀਂ ਆਉਂਦੇ। ਬਈ ਤਰਸ ਦਾ ਆਧਾਰ ਦਾ ਕ੍ਰਾਈਟੇਰੀਆ ਜਿਹੜਾ ਇਹ ਬਹੁਤ ਸਖਤ ਕਾਨੂੰਨ ਆ। ਇਹ ਤਰਸ ਦਾ ਆਧਾਰ ਆ ਜਿਹੜਾ, ਇਹ ਸਿਰਫ ਤੇ ਸਿਰਫ ਕੁਝ ਚੁਣਿੰਦਾ ਲੋਕਾਂ ਵਾਸਤੇ ਹੁੰਦਾ, ਇਹ ਸਾਰਿਆਂ ਵਾਸਤੇ ਨਹੀਂ ਹੁੰਦਾ। ਇਸ ਕਰਕੇ ਬਹੁਤੇ ਸਵਾਲ ਨਾ ਕਰਿਆ ਕਰੋ। ਮੈਨੂੰ ਲੱਗਦਾ ਸਾਡਾ ਜਾਣ ਦਾ ਸਮਾਂ ਹੋ ਗਿਆ, ਇਜਾਜ਼ਤ ਲੈ ਲਓ। ਬਿਲਕੁਲ ਜੀ, ਅਗਲੀ ਵਾਰ ਫਿਰ ਹਾਜ਼ਰ ਹੋ ਜਾਵਾਂਗੇ, ਕਿਉਂਕਿ ਮੁੱਦੇ ਮਸਲੇ ਹੋਰ ਵੀ ਬਹੁਤ ਸਾਰੇ ਸੀ ਜਿਨ੍ਹਾਂ ਤੇ ਉਲਟ-ਪੁਲਟ ਨਿਗਾਹ ਮਾਰਨੀ ਬਹੁਤ ਜ਼ਰੂਰੀ ਸੀ। ਪਰ ਅਗਲੀ ਵਾਰ ਹਾਜ਼ਰ ਹੋਵਾਂਗੇ ਜਦੋਂ ਉਹਨਾਂ ਤੇ ਵੀ ਉਲਟ-ਪੁਲਟ ਨਿਗਾਹ ਜ਼ਰੂਰ ਮਾਰਾਂਗੇ। ਤਦ ਤੱਕ ਲਈ ਤੁਸੀਂ ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ, ਹਰ ਕਦਮ ਤੁਹਾਡੇ ਨਾਲ।